हेलो। पोस्ट वाले हेलो। 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 हाँ जी, मेरी आवाज आ रही है? आ रही है सर। ठीक है जी। हाँ सर। हाँ जी, ਤੁਸੀਂ ਸਕਰੀਨ ਸ਼ੇਅਰ ਕਰਤੀ? नहीं सर, मैं कितनी है कर दूं ये स्क्रीन हाँ जी, शेयर। करो जी, करो जी, करो। सर स्क्रीन शेयर की ऑप्शन नहीं आ रही। ਡਾਕੂਮੈਂਟ ਲਾਓ ਨਾ ਸਕਰੀਨ ਸ਼ੇਅਰ ਦੇ ਉੱਤੇ, ਡਾਕੂਮੈਂਟ ਨੂੰ ਆਪਣਾ WhatsApp ਵਾਲਾ ਡਾਕੂਮੈਂਟ ਚਲਾਓ। ओके सर, ओके। आज का जो टॉपिक है वो इंजीनियरिंग ड्राइंग है, जो कि कॉमन फॉर ऑल इंजीनियरिंग ट्रेड्स के लिए है। ते मेरा नाम मनदीप सिंह है, गवर्नमेंट ITI लुधियाना पासों। आज के टॉपिक ਨੂੰ ਅਸੀਂ स्टार्ट करांगे। उस तो पहला नेक्स्ट पंजाब सरकार द्वारा चलाई गई मुहिम, जो कि आज की महामारी जो फैली हुई है, बहुत महामारी भयानक फैली हुई है, कोवा ऐप बी ए मिशन फतेह वॉरियर। फतेह वॉरियर दे असी मिशन ਨੂੰ ज्वाइन करना सारिਆਂ ने, ਤਾਂ ਜੋ ਅਸੀਂ ਇਸ कोवा ऐप ਨੂੰ इंस्टॉल करके ਅਸੀਂ ਇਸ महामारी ਨਾਲ ਨਜਿੱਠੀਏ। सो ਇਹਨੂੰ ਤੁਸੀਂ ਸਾਰੇ ਸਿੱਖਿਆਰਥੀਆਂ ਨੇ इंस्टॉल कर लेना है। चलो आज का जो टॉपिक है वो है इंजीनियरिंग ड्राइंग का। एक टॉपिक अपने NSQF ਦੇ ਲੈਵਲ 5 ਦੇ ਅਕੋਰਡਿੰਗ ਜਿਹੜਾ ਲੇਟੈਸਟ ਸਿਲੇਬਸ ਹੈ ਉਸ ਦੇ ਅਕੋਰਡਿੰਗ ਜਿਹੜੇ ਇਸ ਟੌਪਿਕ ਪਾਏ ਗਏ ਨੇ। इंजीनियरिंग ड्राइंग ਅੱਜ ਅਸੀਂ ਪੜਾਂਗੇ इंजीनियरिंग ड्राइंग ਦੇ ਵਿੱਚ इंट्रोडक्शन एंड इट्स इंपॉर्टेंस, ड्राइंग टाइप्स, ड्राइंग शीट्स, ड्राइंग इंस्ट्रूमेंट्स, लाइन्स, डेफिनेशंस एंड क्लासिफिकेशन। ਇਹ ਸਾਰੀਆਂ ਬੇਸਿਕ ਗੱਲਾਂ ਨੇ ਇੱਕ ਇੰਜੀਨੀਅਰਿੰਗ ਡਰਾਇੰਗ ਦੇ ਵਿੱਚ। ਜਦੋਂ ਅਸੀਂ ਕਿਸੇ ਇੰਜੀਨੀਅਰਿੰਗ ਡਰਾਇੰਗ ਨੂੰ ਸਟਾਰਟ ਕਰਾਂਗੇ ਸਿੱਖਾਂਗੇ ਤਾਂ ਸਾਨੂੰ ਇਹ ਬੇਸਿਕ ਜਿਹੜੀ ਚੀਜ਼ਾਂ ਨੇ, ਜਿਹੜੀ ਬੇਸਿਕ ਥਿੰਗਸ ਨੇ, ਇਹਨਾਂ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਅਸੀਂ ਇੰਜੀਨੀਅਰਿੰਗ ਡਰਾਇੰਗ ਨੂੰ ਇੰਟਰੋਡਕਸ਼ਨ, ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸਲਾਈਡ ਦੇ ਵਿੱਚ, ਡਰਾਇੰਗ ਇੱਕ ਕਲਾ ਹੈ ਜਿਸ ਦੁਆਰਾ ਕਿਸੇ ਵੀ ਵਸਤੂ ਜਾਂ ਆਬਜੈਕਟ ਨੂੰ ਅਸੀਂ ਡਰਾਇੰਗ ਸ਼ੀਟ ਜਾਂ ਪੇਪਰ ਉੱਪਰ ਤਰਤੀਬਵਾਰ ਲਾਈਨਾਂ ਅਤੇ ਚਿੰਨ੍ਹਾਂ ਦੀ ਸਹਾਇਤਾ ਨਾਲ ਦਰਸਾਉਂਦੇ ਹਾਂ। ਕਹਿਣ ਦਾ ਭਾਵ ਹੈ ਡਰਾਇੰਗ, ਜਦੋਂ ਅਸੀਂ ਕੋਈ ਵੀ ਡਰਾਇੰਗ ਕਰਦੇ ਹਾਂ ਤਾਂ ਅਸੀਂ ਉਸ ਨੂੰ ਲਾਈਨਾਂ ਦੇ ਥਰੂ ਬਣਾਉਂਦੇ ਹਾਂ। ਕੁਝ ਨਿਸ਼ਾਨ ਯੂਜ਼ ਕਰਦੇ ਹਾਂ ਜਿਹਦੇ ਨਾਲ ਸਾਨੂੰ ਉਸ ਡਰਾਇੰਗ ਦੇ ਬਾਰੇ ਸਮਝ ਆ ਜਾਂਦੀ ਹੈ। ਦੇਖਣ ਵਾਲਾ ਡਰਾਇੰਗ ਨੂੰ ਦੇਖ ਕੇ ਸਮਝ ਆਉਂਦਾ ਹੈ ਕਿ ਇਹ ਕੀ ਬਣਿਆ ਹੋਇਆ ਹੈ। ਇਸ ਦੇ ਇੰਪੋਰਟੈਂਸ ਕੀ ਹਨ? ਇੰਜੀਨੀਅਰਿੰਗ ਡਰਾਇੰਗ ਨਾਲ ਪ੍ਰੋਜੈਕਟ ਬਣਾਉਣ ਨਾਲ ਕੀਮਤੀ ਸਮਾਂ ਬਚਦਾ ਹੈ। ਇਸ ਨਾਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਉਸ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਕੱਢਣ ਦਾ ਮੌਕਾ ਮਿਲ ਜਾਂਦਾ ਹੈ। ਡਰਾਇੰਗ ਦੀ ਸਹਾਇਤਾ ਨਾਲ ਪ੍ਰੋਜੈਕਟ ਪੂਰਾ ਕਰਨ ਵਿੱਚ ਆਉਣ ਵਾਲਾ ਅਨੁਮਾਨਿਤ ਖਰਚਾ ਪਤਾ ਕੀਤਾ ਜਾ ਸਕਦਾ ਹੈ। ਫੋਰ ਐਗਜ਼ਾਮਪਲ, ਇੱਕ
ਫੋਰ ਐਗਜ਼ਾਮਪਲ ਇੱਕ ਮੈਂ ਗੋਲਡ ਦੀ ਰਿੰਗ ਦੀ ਗੱਲ ਕਰਾਂ, ਗੋਲਡ ਦੀ ਰਿੰਗ ਅਗਰ ਅਸੀਂ ਕਿਸੇ ਸੁਨਿਆਰੇ ਕੋਲ ਜਾਵਾਂਗੇ, ਗੋਲਡ ਦੀ ਰਿੰਗ ਬਣਵਾਉਣ ਜਾਵਾਂਗੇ, ਤਾਂ ਅਸੀਂ ਉਸਨੂੰ ਉਹ ਡਾਇਰੈਕਟ ਸਾਨੂੰ ਰਿੰਗ, ਤਾਂ ਅਸੀਂ ਉਸਨੂੰ ਨਹੀਂ ਕਹਾਂਗੇ ਕਿ ਰਿੰਗ ਨੂੰ ਇਸ ਤਰ੍ਹਾਂ ਘੜ, ਇਸ ਤਰ੍ਹਾਂ ਘੜ, ਜਾਂ ਤਾਂ ਅਸੀਂ ਉਹਦੀ ਕੋਈ ਪਿਕ ਸਿਲੈਕਟ ਕਰਾਂਗੇ। ਉਹ ਪਿਕ ਕੀ ਹੋਊਗੀ, ਉਸ ਰਿੰਗ ਦੀ ਡਰਾਇੰਗ ਹੋਏਗੀ। ਉਸਨੂੰ ਅਸੀਂ ਦੱਸਾਂਗੇ ਵੀ ਸਾਨੂੰ ਇਸ ਤਰ੍ਹਾਂ ਦੀ, ਇਸ ਡਰਾਇੰਗ ਦੀ ਇਸ ਤਰ੍ਹਾਂ ਦੀ ਹੂਬਹੂ ਰਿੰਗ ਚਾਹੀਦੀ ਹੈ, ਤਾਂ ਉਹ ਸਾਨੂੰ ਉਸ ਤਰ੍ਹਾਂ ਦੀ ਉਸ ਗੋਲਡ, ਕਿਉਂਕਿ ਗੋਲਡ ਇੱਕ ਕੀਮਤੀ ਧਾਤੂ ਹੈ, ਉਸ ਕੀਮਤੀ ਧਾਤੂ ਨੂੰ ਘੜਨ ਤੋਂ ਪਹਿਲਾਂ ਸਾਨੂੰ ਉਸ ਦਾ ਡਿਜ਼ਾਈਨ ਫਾਈਨਲ ਕਰਨਾ ਪਵੇਗਾ, ਨਾ ਕਿ ਅਸੀਂ ਡਾਇਰੈਕਟ ਉਸ ਧਾਤੂ ਨੂੰ ਘੜ ਦੇਵਾਂਗੇ, ਜੋ ਕਿ ਬਹੁਤ ਹੀ ਕੋਸਟਲੀ ਹੋਵੇਗਾ। ਸੋ ਇਸ ਦਾ ਸਾਨੂੰ ਡਰਾਇੰਗ ਦਾ ਬਹੁਤ ਮੋਸਟ ਇੰਪੋਰਟੈਂਟ ਜਿਹੜਾ ਆ ਬੈਨੀਫਿਟ ਆ ਡਰਾਇੰਗ ਦੇ ਨਾਲ। ਇੱਕ ਤਾਂ ਸਮਾਂ ਬਚਦਾ ਆ, ਨੰਬਰ 2 ਤੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁਸ਼ਕਲਾਂ ਦਾ ਹੱਲ ਕੱਢਣ ਦਾ ਪਤਾ ਲੱਗ ਜਾਂਦਾ ਸਾਨੂੰ। ਡਰਾਇੰਗ ਵਿੱਚ ਪ੍ਰੋਜੈਕਟ ਨਾਲ ਪੂਰਾ ਕਰਨ ਵਿੱਚ ਆਉਣ ਵਾਲਾ ਅਨੁਮਾਨਿਤ ਖਰਚਾ ਵੀ ਪਤਾ ਲੱਗ ਜਾਂਦਾ, ਵੀ ਕਿੰਨਾ ਕੁ ਖਰਚਾ ਇਸ ਜੋ ਪ੍ਰੋਡਕਟ ਅਸੀਂ ਬਣਾਉਣਾ ਆ, ਕੁਝ ਵੀ ਬਣਾਉਣਾ ਆ, ਕੋਈ ਪਾਰਟ ਬਣਾਉਣਾ ਆ, ਤੇ ਉਸ ਵਿੱਚ ਸਾਨੂੰ ਖਰਚਾ ਪਤਾ ਲੱਗ ਜਾਂਦਾ ਹੈ। ਨੈਕਸਟ, ਡਰਾਇੰਗ ਟਾਈਪਸ। ਡਰਾਇੰਗ ਕਰਨ ਦੀ ਕਲਾ ਨੂੰ ਅਸੀਂ ਕਈ ਤਰੀਕਿਆਂ ਨਾਲ ਦਰਸਾ ਸਕਦੇ ਹਾਂ। ਮੋٹے ਤੌਰ ਤੇ 2 ਭਾਗ ਹੁੰਦੇ ਆ, ਇੱਕ ਹੁੰਦਾ ਜੀ ਆਰਟਿਸਟਿਕ ਡਰਾਇੰਗ, ਇੱਕ ਹੈ ਇੰਜੀਨੀਅਰਿੰਗ ਡਰਾਇੰਗ। ਇਹ ਦੋਨਾਂ ਬਾਰੇ ਜੋ ਡਿਫਰੈਂਸ ਆ ਉਹ ਅਗਲੀਆਂ ਸਲਾਈਡਾਂ ਵਿੱਚ ਹੈ। ਆਰਟਿਸਟਿਕ ਡਰਾਇੰਗ ਇਸ ਤਰ੍ਹਾਂ ਦੀ ਡਰਾਇੰਗ ਕਿਸੇ ਆਰਟਿਸਟ ਦੁਆਰਾ ਕੀਤੀ ਜਾਂਦੀ ਹੈ। ਆਰਟਿਸਟ ਕਿਸੇ ਵਸਤੂ ਦੀ ਕਲਾਤਮਕ ਡਰਾਇੰਗ ਬਣਾਉਣ ਵੇਲੇ ਆਪਣੇ ਮਨ ਦੇ ਅੰਦਰ ਉਸ ਦੀ ਤਸਵੀਰ ਸੋਚਦਾ ਹੈ ਅਤੇ ਪੇਂਟ ਬ੍ਰਸ਼, ਪੈਨਸਲ ਦੀ ਸਹਾਇਤਾ ਨਾਲ ਉਸ ਨੂੰ ਸ਼ੀਟ ਉੱਪਰ ਦਰਸਾਉਂਦਾ ਹੈ। ਅਸੀਂ ਕੁਝ ਵੀ ਬਣਾਵਾਂਗੇ। ਹੁਣ ਇੱਕ ਮੈਂ ਪਿਕ ਸ਼ੇਅਰ ਕੀਤੀ ਹੋਈ ਹੈ ਇੱਥੇ, ਕਿਡ ਡਰਾਇੰਗ ਡ੍ਰੀਮਸ। ਇੱਕ ਬੱਚਾ ਕੁਝ ਡਰਾਇੰਗ ਬਣਾਉਂਦਾ ਹੈ, ਉਸ ਨੂੰ ਕਿਹਾ ਜਾਂਦਾ ਹੈ ਵੀ ਕਲਾਸ ਵਿੱਚ ਡਰਾਇੰਗ ਦਾ ਕੰਪੀਟੀਸ਼ਨ ਹੈ, ਤਾਂ ਕੁਝ ਵੀ ਬਣਾਓ, ਤਾਂ ਉਸ ਦੇ ਮਨ ਵਿੱਚ ਜੋ ਉਸ ਦੇ ਭਾਵ ਹੋਣਗੇ, ਜੋ ਉਸ ਦੇ ਮਾਈਂਡ ਵਿੱਚ ਚੱਲ ਰਿਹਾ ਹੋਵੇਗਾ, ਉਹ ਉਸ ਤਰ੍ਹਾਂ ਦੀ ਡਰਾਇੰਗ ਉਸ ਪੇਪਰ ਉੱਤੇ, ਸ਼ੀਟ ਉੱਤੇ ਉਤਾਰ ਦੇਗਾ। ਸੋ ਇੱਕ ਆਰਟਿਸਟ ਜਿਹੜਾ ਆ, ਇਹ ਵੇਰੀ ਕਰਦਾ ਆ ਕਿਸ ਲੋਕੇਸ਼ਨ ਦਾ, ਕਿਸ ਰੀਜਨ ਦਾ ਆ, ਉਸ ਤਰ੍ਹਾਂ ਦੀ ਉਹ ਡਰਾਇੰਗ ਬਣਾ ਦੇਗਾ। ਹੁਣ ਇੱਕ ਮਾਡਰਨ ਖਿਆਲ ਦਾ ਬੱਚਾ ਆ, ਉਹ ਕੁਝ ਮਾਡਰਨ ਚੀਜ਼ ਬਣਾ ਦੇਗਾ, ਮੋਬਾਈਲ ਫੋਨ ਬਣਾ ਦੇਗਾ। ਕੁਝ ਜੋ ਆਰਟਿਸਟ ਆ ਉਹ ਰਿਲੀਜੀਅਸ ਕੈਟਾਗਰੀ ਨਾਲ ਸੰਬੰਧ ਰੱਖਦਾ, ਕੁਝ ਗੁਰਦੁਆਰਾ ਸਾਹਿਬ ਦੀ ਫੋਟੋ ਬਣਾ ਦੇਗਾ, ਮੰਦਿਰ ਦੀ ਫੋਟੋ ਬਣਾ ਦੇਗਾ, ਕੁਝ ਵੀ ਫੋਰਐਵਰ ਜੋ ਵੀ ਕੁਝ ਉਸ ਦੇ ਮਨ ਵਿੱਚ ਚੱਲਦਾ ਹੋਵੇ ਉਸ ਬਣਾ ਸਕਦਾ। ਕਹਿੰਦਾ ਭਾਵ ਡਰਾਇੰਗ ਇੱਕ ਕਲਾ ਆ ਜਿਸ ਦੇ ਨਾਲ ਅਸੀਂ ਮਨ ਦੇ ਭਾਵ ਵੀ ਆਪਣੇ ਪ੍ਰਗਟ ਕਰ ਸਕਦੇ ਹਾਂ। ਸਾਡੇ ਮਨ ਵਿੱਚ ਕੀ ਚੱਲ ਰਿਹਾ ਆ, ਅਸੀਂ ਉਸ ਨੂੰ ਇੱਕ ਸ਼ੀਟ ਦੇ ਉੱਤੇ ਉਤਾਰ ਕੇ ਉਸ ਨੂੰ ਅਸੀਂ ਦੂਜੇ ਨੂੰ ਸਮਝਾ ਸਕਦੇ ਹਾਂ। ਨੈਕਸਟ, ਫੋਰ ਐਗਜ਼ਾਮਪਲ ਅੱਜ ਦਾ ਸਮਾਂ ਕੀ ਆ? ਅੱਜ ਦਾ ਸਮਾਂ ਇੱਕ ਮਹਾਮਾਰੀ ਨੇ ਸਾਡੇ ਦੇਸ਼ ਨੂੰ, ਪੂਰੇ ਸੰਸਾਰ ਨੂੰ ਜਕੜਿਆ ਹੋਇਆ ਆ। ਇਸ ਮਹਾਮਾਰੀ ਨਾਲ ਨਜਿੱਠਣ ਦੇ ਲਈ ਬਹੁਤ ਸਾਰੇ ਉਪਰਾਲੇ ਸਰਕਾਰ ਕਰ ਰਹੀ ਹੈ, ਅਸੀਂ ਕਰ ਰਹੇ ਹਾਂ, ਸਾਰੇ ਸਿੱਖਿਆਰਥੀ ਅਸੀਂ ਸਾਰੇ ਰਲ ਕੇ ਇਸ ਬਿਮਾਰੀ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਅੱਜ ਦੇ ਹੁਣ ਕੋਵਾ ਐਪ ਦੇ ਥਰੂ ਅਸੀਂ ਕੰਪੀਟੀਸ਼ਨ ਕਰਦੇ ਹਾਂ, ਬੱਚਿਆਂ ਦੇ ਕੰਪੀਟੀਸ਼ਨ ਕਰਵਾਉਂਦੇ ਹਾਂ। ਉਸ ਕੰਪੀਟੀਸ਼ਨ ਵਿੱਚ ਕੀ ਆ, ਬੱਚਿਆਂ ਨੂੰ ਕਿਹਾ ਜਾਂਦਾ ਵੀ ਜੋ ਅੱਜ ਦਾ ਮਾਹੌਲ ਆ, ਉਸ ਮਾਹੌਲ ਦੇ ਅਕੋਰਡਿੰਗ ਤੁਹਾਡੇ ਡਰਾਇੰਗ ਦਾ ਕੰਪੀਟੀਸ਼ਨ ਆ। ਤਾਂ ਬੱਚਿਆਂ ਨੂੰ ਜੋ ਦੱਸਿਆ ਜਾਂਦਾ ਆ ਅੱਜ ਦੇ ਮਾਹੌਲ ਬਾਰੇ, ਉਹ ਉਹਨਾਂ ਦੇ ਮਾਈਂਡ ਵਿੱਚ ਚੱਲ ਰਿਹਾ ਹੁੰਦਾ ਹੈ, ਤਾਂ ਉਹ ਬੱਚੇ ਉਸ ਤਰ੍ਹਾਂ ਦੀ ਡਰਾਇੰਗ ਨੂੰ ਬਣਾ ਦਿੰਦੇ ਹਨ। ਹੁਣ ਫੋਰ ਐਗਜ਼ਾਮਪਲ ਬੱਚਿਆਂ ਨੂੰ ਕੀ ਕਿਹਾ ਗਿਆ ਵੀ ਅੱਜ ਦੇ ਜਿਹੜੇ ਸਾਡੇ ਨੇ ਡਾਕਟਰ, ਜਿਹੜੇ ਵਾਰੀਅਰ ਨੇ, ਸਾਨੂੰ ਕਰੋਨਾ ਤੋਂ, ਇਸ ਮਹਾਮਾਰੀ ਤੋਂ ਬਚਾਉਣ ਲਈ ਦਿਨ ਰਾਤ ਸਖਤ ਮਿਹਨਤ ਕਰ ਰਹੇ ਨੇ, ਤਾਂ ਉਸ ਤਰ੍ਹਾਂ ਦੀ ਉਹਨਾਂ ਨੇ ਇੱਕ ਡਰਾਇੰਗ ਬਣਾ ਦਿੱਤੀ। ਉਹਨਾਂ ਦੇ ਮਨ ਦੇ ਭਾਵ ਸੀ, ਉਹਨਾਂ ਨੇ ਇੱਕ ਡਰਾਇੰਗ ਦੇ ਉੱਤੇ ਦੱਸੇ, ਤੇ ਜੋ ਕਿ ਆਪਾਂ ਵੀ ਅਗਰ ਦੇਖਦੇ ਹਾਂ ਤਾਂ ਸਾਨੂੰ ਸਾਫ਼ ਕਲੀਅਰ ਪਤਾ ਲੱਗ ਰਿਹਾ ਇੱਕ ਡਰਾਇੰਗ ਆ। ਡਰਾਇੰਗ ਦੇ ਨਾਲ ਕੀ ਆ, ਪਤਾ ਲੱਗ ਰਿਹਾ ਵੀ ਇੱਕ ਡਾਕਟਰ ਆ, ਉਹ ਕਰੋਨਾ ਜੋ ਵਾਇਰਸ ਨੇ, ਉਹ ਸਾਡੀ ਅਰਥ ਜਿਹੜੀ ਕਿ ਇਸ ਮਹਾਮਾਰੀ ਨਾਲ ਗ੍ਰਸਤ ਆ, ਉਸ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ। ਨੈਕਸਟ ਐਗਜ਼ਾਮਪਲ ਵੀ ਇੱਕ ਮਿਸ਼ਨ ਫਤਿਹ ਦੇ ਤਹਿਤ ਜੋ ਪੰਜਾਬ ਫਾਈਟਸ ਕਰੋਨਾ ਮਿਸ਼ਨ ਫਤਿਹ ਚੱਲ ਰਿਹਾ, ਉਸ ਦੇ ਅਕੋਰਡਿੰਗ ਜੋ ਕੰਪੀਟੀਸ਼ਨ ਹੋਏ ਸੀਗੇ ਬੱਚਿਆਂ ਦੇ, ਉਸ ਦੇ ਵਿੱਚ ਬੱਚਿਆਂ ਨੇ ਜੋ ਡਰਾਇੰਗਸ ਬਣਾਈਆਂ ਨੇ, ਉਸ ਦੇ ਕੁਝ ਨਮੂਨੇ ਜਿਹੜੇ ਨੇ ਮੈਂ ਉਹ ਸਲਾਈਡਾਂ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਆ। ਹੁਣ ਥੈਂਕ ਯੂ ਕੀ ਹੈ ਇਹ
एक पुलिस वाला आ, फायर ब्रिगेड आ, डॉक्टर आ, ठीक है, सफाई कर्मचारी ने, ये साडे वॉरियर ने, ये दिन रात सख्त मेहनत करते हैं। थैंक्स टू इन्हां नूं। नैक्सट, किस तरह असीं इस कोरोना महामारी तो बचना है, उसनूं एक ड्राइंग दे द्वारा दस्सण दी कोशिश की गई है। 20 सेकंड तक हत्थ धोने आ, घर दे अंदर रहो, स्नीज आउंदी है तां कुणी नाल स्नीज नूं रोको, सोशल डिस्टेंसिंग दा पालन करो, 1 मीटर की दूरी रखो, मास्क हमेशा पहन के रखो। सी डू नमस्ते एल्बो दे नाल ਵੱਧ ਤੋਂ ਵੱਧ प्रयोग करो। एक डॉक्टर ने जो साडी अर्थ नूं सानू इंसानियत नूं बचाउण ते लगे होए ने। ये सारे एक ड्राइंग दी एग्जांपल ने, आर्टिस्टिक ड्राइंग दी एग्जांपल्स मैं तुहानू दिखा रहा, इन्हें आर्टिस्टिक ड्राइंग्स ने। ओके, नैक्सट आ जांदा आपां इंजीनियरिंग ड्राइंग दी हुण गल करिए। ਜਦੋਂ ਸਮਾਜ ਵਿੱਚ ਵਿਕਾਸ ਹੁੰਦਾ ਹੈ ਤਾਂ ਪੁਲਾਂ, ਸੜਕਾਂ, ਰੇਲਵੇ ਲਾਈਨਾਂ, ਸੁਰੰਗਾਂ ਅਤੇ ਇਮਾਰਤਾਂ ਆਦਿ ਦਾ ਨਿਰਮਾਣ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਮਸ਼ੀਨਾਂ ਅਤੇ ਉਹਨਾਂ ਦੇ ਕਲ ਪੁਰਜੇ ਦਾ ਵੀ ਉਤਪਾਦਨ ਕੀਤਾ ਜਾਂਦਾ ਹੈ। ਅਜਿਹੇ ਸਾਰੇ ਆਬਜੈਕਟ ਜਦੋਂ ਵਿਸ਼ੇਸ਼ ਚਿੰਨ੍ਹਾਂ ਜਾਂ ਲਾਈਨਾਂ ਦੁਆਰਾ ਬਣਾਏ ਜਾਂਦੇ ਹਨ ਤਾਂ ਉਹ ਇੰਜੀਨੀਅਰਿੰਗ ਡਰਾਇੰਗ ਵਿੱਚ ਆਉਂਦੇ ਹਨ। ਇੰਜੀਨੀਅਰਿੰਗ ਡਰਾਇੰਗ ਤੇ ਆਰਟਿਸਟਿਕ ਡਰਾਇੰਗ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੀ ਸੀ। ਇੰਜੀਨੀਅਰਿੰਗ ਡਰਾਇੰਗ और जिस तरह इत्थे सारा कुछ क्लीयर हो ही गया, मान लो एक साइकिल नूं असीं डिजाइन करना है, एक साइकिल सिंपल साइकिल की गल कर रहे हैं। हुण सिंपल साइकिल की आ, उसदे जिहड़े कल पुरजे ने, एक पैडल आ, पैडल नूं बनाउणा जां ओहदी काठी नूं बनाउणा आ तां ओहदे वास्ते उसदी ड्राइंग की लोड़ पैनी है। उस ड्राइंग नूं असीं लाइनां दे नाल, विशेष चिन्हां दे नाल बनावांगे, ਜਿਹੜੀ ਕਿ ਬਣਾਉਣ ਵਾਲੇ ਨੂੰ ਪਤਾ ਲੱਗ ਜਾਏਗਾ ਵੀ ਇਸ ਡਰਾਇੰਗ ਨੂੰ ਕਿਸ ਤਰ੍ਹਾਂ ਅਸੀਂ ਮੈਨੂਫੈਕਚਰਿੰਗ ਕਿਸ ਤਰ੍ਹਾਂ ਕਰਨਾ ਹੈ। ਫੋਰ ਐਗਜ਼ਾਮਪਲ, ਇਹ ਇੱਕ ਸਕਰੂ ਜੈਕ ਦੀ ਡਰਾਇੰਗ ਆ। ਦੇਖੋ ਕਿਸ ਤਰ੍ਹਾਂ ਸਕਰੂ ਜੈਕ ਬਣਾਇਆ ਗਿਆ। ਇਸ ਨੂੰ ਜ਼ੂਮ ਕਰਕੇ ਦੇਖਾਂਗੇ ਅਸੀਂ। ਸਕਰੂ ਜੈਕ ਇਸ ਡਰਾਇੰਗ ਦੇ ਵਿੱਚ ਦਿਖਾਇਆ ਕੀ ਗਿਆ। ਕੋਈ ਵੀ ਪਾਰਟ ਆ, देखो स्पेशल दस्या गया नट आ, ये उस स्क्रू जैक का कैप आ, कैप दे विच 65 डाया आ, सारी डायमेंशनस गिवन ने, पार्ट का नाम लिखा हुआ टॉमी बार, माइल्ड स्टील की बनी हुंदी आ, स्पेशल वाशर आ, माइल्ड स्टील दी आ, स्क्रू स्पिंडल आ, माइल्ड स्टील का, उसकी सारी डायमेंशनस आ, पूरी ड्राइंग आ, बॉडी कास्ट आयरन दी आ, उसकी पूरी ड्राइंग आ। ठीक है, इस तो नेक्स्ट स्लाइड। एक होर ड्राइंग की एग्जांपल मैं देने की कोशिश की है। ये भी एक पार्ट आ जो कि आइसोमेट्रिक व्यू विच दिखाया गया है, ते नीचे इसनूं ऑर्थोग्राफिक व्यू विच दिखाया गया। इसकी पूरी डिटेल डायमेंशनस ने। सानू ये ऑर्थोग्राफिक व्यू विच एक्चुअली इस तरह ने, पर जदों असीं ऑर्थोग्राफिक च बनावांगे तो सानू इस तरह इसकी डिटेल्स सानू पता लग रही है। किहड़ी डायमेंशन कितनी है, कित्थे 10 mm ना, कित्थे 20 mm, किन्ने दा होल मारना, किन्ने ड्रिल कर, किन्ने नूं असीं ग्राइंड करना। सो सारा कुछ इहदे विच कन्फर्म हो रहा। एक मैन्युफैक्चरर वास्ते तो यह बहुत जरूरी है क्योंकि उसने ड्राइंग देख के ही मैन्युफैक्चरिंग करनी है। यह हैगी आ एक सिंपल, और थोड़ी कॉम्प्लीकेटेड ड्राइंग सीगी। ये सिंपल ड्राइंग्स ने बिगिनर्स वास्ते भी ड्राइंग बनाना किदां, इस तरह की असीं आने वाले लैक्चर्स विच इस तरह की ड्राइंग्स उत्ते असीं अपनी एक्सरसाइज करांगे। नैक्सट, हुण आ एक एक्सरसाइज करनी है असीं नैक्सट वाली, पर बट करनी कि ते ड्राइंग शीट्स ते। सानू इहदे वास्ते की चाहिदी है, ड्राइंग शीट्स चाहिए, चाहे आर्टिस्टिक ड्राइंग होवे चाहे इंजीनियरिंग ड्राइंग होवे, कोई भी ड्राइंग होवे बनाउणी तां असीं उसनूं एक पेपर दे उत्ते बनाउणी पैणी है। सो सानू ड्राइंग शीट्स दे बारे नॉलेज लेनी बहुत जरूरी है। ड्राइंग शीट्स जो ने और डिफरेंट साइज दे विच मिलदियां ने। एक टेबल के द्वारा समझाने की कोशिश की गई है। इन्हां दे साइज ISO ते ANSI। असी जो ड्राइंग शीट्स यूज करने हैं, जो इंडिया में यूज होंदी भी है, वो ISO के अकॉर्डिंग, जो कि है इंटरनेशनल ऑर्गेनाइजेशन फॉर स्टैंडर्डाइजेशन, दे अकॉर्डिंग
ਤੇ ANSI ਹੁੰਦੀ ਹੈ ਅਮਰੀਕਨ ਨੈਸ਼ਨਲ ਸਟੈਂਡਰਡ ਇੰਸਟੀਚਿਊਟ। ਅਸੀਂ ਅਮਰੀਕਨ ANSI ਨੂੰ ਯੂਜ਼ ਨਹੀਂ ਕਰਦੇ, ਇੰਡੀਆ ਦੇ ਵਿੱਚ ਸਿਰਫ ISO ਹੀ ਯੂਜ਼ ਹੁੰਦਾ ਹੈ। ਇਸ ਦੇ ਸਾਈਜ਼ ਇਸ ਤਰ੍ਹਾਂ ਨੇ। ਸਾਈਜ਼ ਡੈਜ਼ਿਗਨੇਸ਼ਨ ਦਿੱਤੇ ਹਨ, ਸ਼ੀਟ ਡੈਜ਼ਿਗਨੇਸ਼ਨ A0 ਤੋਂ ਸਟਾਰਟ ਹੋ ਕੇ A1 A2 A3 A4 A5 A6 A7 A10, ਠੀਕ ਹੈ, ਇਸ ਤਰ੍ਹਾਂ ਇਹ ਵੱਧਦਾ ਜਾਂਦਾ ਹੈ ਡੈਜ਼ਿਗਨੇਸ਼ਨ। ਬਟ ਅਸੀਂ ਸਿਰਫ A4 ਤੱਕ ਹੀ ਜੋ ਡਰਾਇੰਗ ਹੈ A4 ਤੱਕ ਹੀ ਅਸੀਂ ਯੂਜ਼ ਕਰਾਂਗੇ। ਜੋ ISO ਹੈ ਉਸ ਦੇ ਵਿੱਚ ਜੋ ਡਰਾਇੰਗ ਦੀ ਵਿਡਥ ਹੈ, ਲੈਂਥ ਹੈ, ਉਸ ਨੂੰ ਅਸੀਂ mm ਵਿੱਚ ਲੈਂਦੇ ਹਾਂ। ਤੇ ANSI ਜੋ ਅਮਰੀਕਨ ਸਟੈਂਡਰਡ ਹੈ ਉਸ ਦੇ ਅਕੋਰਡਿੰਗ ਅਸੀਂ ਇੰਚਸ ਵਿੱਚ ਇਸ ਨੂੰ ਕਾਊਂਟ ਕਰਦੇ ਹਾਂ, ਮੈਜ਼ਰ ਕਰਦੇ ਹਾਂ। ਹੁਣ A0 ਦਾ ਸਾਈਜ਼ ਹੈ 841, ਵਿਡਥ, ਲੈਂਥ ਹੈ 1199 mm ਮਿਲੀਮੀਟਰਸ, ਜਿਸ ਨੂੰ ਅਸੀਂ ਮਿਲੀਮੀਟਰਸ ਕਹਾਂਗੇ। A1 ਦਾ ਸਾਈਜ਼ ਉਸ ਤੋਂ ਘਟ ਗਿਆ 594 mm 841 mm। A2 ਦਾ ਸਾਈਜ਼ ਹੋਰ ਸ਼ੀਟ ਦਾ ਘਟ ਗਿਆ 420 mm 594 mm। A3 ਦਾ ਸਾਈਜ਼ ਹੋਰ ਘਟ ਜਾਏਗਾ 297 mm 420 mm। ਤੇ A4 ਦਾ ਸਾਈਜ਼ ਹੋਰ ਘਟ ਜਾਏਗਾ 210 mm 297 mm। ਸੋ ਇਹਨਾਂ ਨੂੰ ਨੀਚੇ ਇੰਚਸ ਵਿੱਚ ਦੱਸਿਆ ਗਿਆ ਹੈ, ਸਾਈਜ਼ ਸੇਮ ਹੀ ਨੇ, ਲੈਂਥ ਵਿੱਚ ਸੇਮ ਹੀ ਹੁੰਦੀ ਹੈ। ਇਹ mm ਵਿੱਚ ਨੇ, ISO ਤੇ ਅਮਰੀਕਨ ਸਟੈਂਡਰਡ ਇੰਚਸ ਵਿੱਚ ਵਰਕ ਕਰਦਾ ਹੈ। ਸੋ ਇੰਡੀਆ ਦੇ ਵਿੱਚ ਇੰਟਰਨੈਸ਼ਨਲ ਸਟੈਂਡਰਡ ਨੂੰ ਅਸੀਂ ਯੂਜ਼ ਕਰਾਂਗੇ। ਆ ਦੇਖੋ, ਇਹ ਬਹੁਤ ਵਧੀਆ ਸਮਝਾਇਆ ਗਿਆ ਇਹਦੇ ਵਿੱਚ। A0 ਜੋ ਸਾਈਜ਼ ਹੈ ਉਹ ਬਹੁਤ ਵੱਡਾ ਹੈ, ਇਸ ਗ੍ਰਾਫ ਵਿੱਚ ਵੀ ਦੇਖੋ A0 ਦਾ ਸਾਈਜ਼ 841 mm ਵਿਡਥ ਦਾ ਹੈ ਤੇ ਲੈਂਥ 1199 mm ਹੈ। ਸੋ A0 ਜੋ ਹੈ, A0 ਦੀ ਸ਼ੀਟ ਹੈ ਉਹ ਸਭ ਤੋਂ ਵੱਡੀ ਸ਼ੀਟ ਹੈ, 841 mm ਵਿਡਥ ਤੇ ਲੈਂਥ 1199 mm। ਅਗਰ ਅਸੀਂ A0 ਨੂੰ ਹਾਫ ਕਰ ਦਈਏ ਤਾਂ ਜਿਹੜੀ ਇੱਕ ਸ਼ੀਟ ਹੈ ਉਹ A1 ਦੀ ਹੋਏਗੀ, ਜਿਸ ਦੀ ਕੀ ਜੋ ਵਿਡਥ ਹੈ ਉਹ 594 ਹੋਏਗੀ ਤੇ ਲੈਂਥ 841 ਬਣ ਜਾਏਗੀ। ਹੋਰ ਅੱਗੇ A1 ਦੀ ਸ਼ੀਟ ਨੂੰ ਅਸੀਂ ਫਿਰ ਹਾਫ ਕਰ ਦਈਏ ਤਾਂ ਇਹ ਇੱਕ ਸ਼ੀਟ ਹੋਏਗੀ ਉਹ A2 ਸਾਈਜ਼ ਦੀ ਹੋਵੇਗੀ। A2 ਜੋ ਇਸ ਦੀ ਵਿਡਥ 420 ਬਣ ਜਾਏਗੀ ਤੇ ਲੈਂਥ ਉਸ ਦੀ 594 ਹੋ ਜਾਏਗੀ। ਫਰਦਰ ਅਸੀਂ A2 ਨੂੰ ਹਾਫ ਕਰ ਦਈਏ ਤਾਂ ਉਹ ਇੱਕ ਸ਼ੀਟ A3 ਬਣ ਜਾਏਗੀ ਤੇ A3 ਦੀ ਜੋ ਵਿਡਥ ਹੈ ਉਹ 297 ਹੋ ਜਾਏਗੀ, ਠੀਕ ਹੈ, ਤੇ ਲੈਂਥ 420 ਹੋ ਜਾਏਗੀ। ਫਰਦਰ ਅਸੀਂ A3 ਨੂੰ ਫਿਰ ਹਾਫ ਕਰ ਦਈਏ ਤਾਂ ਜਿਹੜੀ ਇੱਕ ਸ਼ੀਟ ਹੈ ਉਹ A4 ਕਹਿਲਾਏਗੀ, ਉਸ ਦੀ ਜੋ ਵਿਡਥ ਹੈ 210 ਹੋਏਗੀ ਤੇ ਲੈਂਥ 297 ਹੋਏਗੀ। ਇਸ ਤੋਂ ਇਲਾਵਾ ਫਰਦਰ ਅਸੀਂ ਜੋ A4 ਨੂੰ ਅਸੀਂ ਫਿਰ ਹਾਫ ਕਰ ਦਈਏ ਤਾਂ ਉਹ A3 ਕਹਿਲਾਏਗੀ, A3 ਕਹਿਲਾਏਗੀ। ਇਸ ਤਰ੍ਹਾਂ A3 ਨੂੰ ਫਿਰ ਹਾਫ ਕਰ ਦਈਏ ਤਾਂ ਉਹ A4, ਫਿਰ ਹਾਫ ਕਰ ਦਈਏ A5, ਕਿਉਂਕਿ ਮਾਰਕੀਟ ਵਿੱਚ ਜੋ A4 ਤੋਂ ਬਾਅਦ A5 A6 A7 A8 ਇਸ ਸਾਈਜ਼ ਦੀ ਸਾਨੂੰ ਡਾਇਰੀਜ਼ ਮਿਲਦੀਆਂ ਨੇ, ਪੇਪਰ ਡਾਇਰੀਜ਼ ਦੀ ਫਾਰਮ ਦੇ ਵਿੱਚ ਮਿਲਦੇ ਨੇ। ਬਟ ਜੋ ਸਾਨੂੰ ਪੇਪਰ ਨੇ ਸਿੰਪਲ ਪੇਪਰ A4 ਤੱਕ ਮਿਲ ਜਾਂਦੇ ਨੇ। A0 ਸਾਈਜ਼ ਤੋਂ A4 ਤੱਕ ਸਾਨੂੰ ਮਾਰਕੀਟ ਵਿੱਚੋਂ ਈਜ਼ੀਲੀ ਅਵੇਲੇਬਲ ਨੇ। ਇਸ ਤੋਂ ਇਲਾਵਾ ਇਸ ਜੋ ਸ਼ੀਟ ਹੈ, ਸ਼ੀਟ ਦੇ ਰਿਮ ਮਿਲਦੇ ਨੇ ਔਰ ਰਿਮ weight ਦੇ ਮੁਤਾਬਿਕ ਅਸੀਂ ਉਸ ਦੀ ਕੁਆਲਿਟੀ ਨੂੰ ਜੱਜ ਕਰ ਸਕਦੇ ਹਾਂ। ਜਿੰਨਾ ਹੈਵੀ ਰਿਮ ਹੋਏਗਾ ਕੁਆਂਟੀਟੀ ਸੇਮ, ਜਿੰਨਾ ਹੈਵੀ ਰਿਮ ਹੋਏਗਾ ਉਹਨਾਂ ਪੇਜ ਦੀ ਕੁਆਲਿਟੀ ਵਧੀਆ ਹੋਏਗੀ। ਜਿੰਨਾ ਰਿਮ ਜੋ ਹੈ ਹਲਕਾ ਹੋਏਗਾ, weight ਘੱਟ ਹੋਏਗਾ, ਉਨੀ ਉਸ ਦੀ ਕੁਆਲਿਟੀ ਲੋ ਹੋਏਗੀ। ਨੈਕਸਟ, ਡਰਾਇੰਗ ਇੰਸਟਰੂਮੈਂਟ। ਡਰਾਇੰਗ ਇੰਸਟਰੂਮੈਂਟ ਦੇ ਵਿੱਚ ਅਸੀਂ ਬੇਸਿਕਲੀ ਯੂਜ਼ ਕਰਦੇ ਹਾਂ ਡਰਾਇੰਗ ਬੋਰਡ, ਟੀ ਸਕੁਅਰ, ਸੈਟ ਸਕੁਅਰ, ਪ੍ਰੋਟਰੈਕਟਰ, ਕੰਪਾਸ, ਡਰਾਇੰਗ ਪੈਨਸਿਲ, ਸੈਂਡ ਪੇਪਰ, फ्रेंच कर्व, मिनी ड्राफ्टर, रबड़ और इरेजर, स्केल, सेलो टैप,
और ड्राइंग पिन्स। ये सारियां जो इंस्ट्रूमेंट्स ने ये एक ड्राइंग बनाने दे विच बहुत जरूरी ने। फर्स्ट है ड्राइंग बोर्ड। ड्राइंग बोर्ड जिस तरह ड्राइंग एक डायग्राम विच दिखाया गया ड्राइंग बोर्ड, ये लकड़ का बनिया होता है। इसनों बनाने लई चंगी तरह सीजन की हुई बिना गठ की नरम लकड़ी का प्रयोग किया जाता है। इस तरह का ड्राइंग बोर्ड होता है। ड्राइंग दे विच वर्किंग एज होंदे ने, बटन होंदे आ, इबोनी एज होंदे आ, बॉटम है, टॉप दे उत्ते वर्किंग सरफेस है ते इस दे एज होंदे ने। इस दे जिहड़े बटन होंदे ने ਉਹ ਜਿਹੜੀਆਂ ਫੱਟੀਆਂ ਨੇ ਉਸ ਦੇ ਨਾਲ ਸਕਰੂ ਕੀਤੇ ਜਾਂਦੇ ਨੇ ਤਾਂ ਜੋ ਇਹ ਇਹਦੇ ਸਰਫੇਸ ਦੇ ਵੱਲ ਦੀ ਛੋਟੇ ਸਕਰੂ ਹੁੰਦੇ ਨੇ ਤਾਂ ਜੋ ਸਰਫੇਸ ਵੱਲ ਨਿਕਲ ਨਾ ਜਾਣ, ਦੂਜੇ ਪਾਸੇ ਬਾਹਰ ਨਹੀਂ ਆਉਣੀ ਚਾਹੀਦੀਆਂ। ਨੈਕਸਟ ਹੈਗੀ ਟੀ ਸਕੁਅਰ। ਟੀ ਸਕੁਅਰ ਡਰਾਇੰਗ ਬੋਰਡ ਦੇ ਨਾਲ ਹੀ ਹੁੰਦਾ ਹੈ। ਇਸ ਨੂੰ ਸਖਤ ਲੱਕੜੀ ਦੀਆਂ ਫੱਟੀਆਂ ਨਾਲ ਬਣਾਇਆ ਜਾਂਦਾ ਹੈ। ਇਸ ਦੀ ਛੋਟੀ ਫੱਟੀ ਨੂੰ ਹੈਡ ਜਾਂ ਸਟਾਕ ਅਤੇ ਲੰਬੀ ਪੱਟੀ ਨੂੰ ਬਲੇਡ ਕਿਹਾ ਜਾਂਦਾ ਹੈ। ਦੇਖ ਲਓ ਇੱਕ ਛੋਟੀ ਲੱਕੜੀ ਹੈ ਉਹਦੀ, ਉਸਨੂੰ ਸਟੋਕ ਕਹਿੰਦੇ ਆ, ਜੋ ਕਿ ਲੰਬੀ ਫੱਟੀ ਆ ਬਲੇਡ ਆ, ਉਸ ਦੇ ਨਾਲ ਇਹ 90 ਡਿਗਰੀ ਤੇ ਹੁੰਦੀ ਆ। ਇਹ ਡਰਾਇੰਗ ਬੋਰਡ ਤੇ 90 ਡਿਗਰੀ ਦੀ ਲਾਈਨਸ, ਪੈਰਲਲ ਲਾਈਨਸ, ਸਟ੍ਰੇਟ ਲਾਈਨਸ, ਪੈਰਲਲ ਲਾਈਨਸ ਖਿੱਚਣ ਦੇ ਕੰਮ ਆਉਂਦੀ ਹੈ। ਨੈਕਸਟ ਹੈ ਸੈਟ ਸਕੁਅਰ। ਜਿਸ ਤਰ੍ਹਾਂ ਡਾਇਗਰਾਮ 'ਚ ਦਿਖਾਇਆ ਗਿਆ ਇਸ ਨੂੰ ਸੈਟ ਸਕੁਅਰ ਕਹਿੰਦੇ ਹਨ। ਇਹ ਲੱਕੜੀ ਜਾਂ ਪਾਰਦਰਸ਼ੀ ਪਲਾਸਟਿਕ ਦੇ ਬਣੇ ਹੁੰਦੇ ਹਨ। ਇਹ ਦੋ ਪ੍ਰਕਾਰ ਦੇ ਹੁੰਦੇ ਹਨ। ਪਹਿਲੇ ਨੂੰ 60 ਡਿਗਰੀ 60 ਡਿਗਰੀ ਦਾ ਸੈਟ ਸਕੁਅਰ, ਦੂਸਰੇ ਨੂੰ 45 ਡਿਗਰੀ ਦਾ ਸੈਟ ਸਕੁਅਰ ਕਿਹਾ ਜਾਂਦਾ ਹੈ। ਇਹਨਾਂ ਦਾ ਪ੍ਰਯੋਗ ਅਲੱਗ-ਅਲੱਗ ਕੋਣਾਂ ਵਿੱਚ ਜਿਵੇਂ ਕਿ 15 ਡਿਗਰੀ, 30 ਡਿਗਰੀ, 45 ਡਿਗਰੀ, 60 ਡਿਗਰੀ, 75 ਡਿਗਰੀ, 90 ਡਿਗਰੀ, 105 ਡਿਗਰੀ, 120 ਡਿਗਰੀ, 135 ਡਿਗਰੀ, 150 ਡਿਗਰੀ, 180 ਡਿਗਰੀ ਆਦਿ ਕੋਣ ਬਣਾਉਣ ਅਤੇ ਵਰਟੀਕਲ ਰੇਖਾ ਖਿੱਚਣ ਵਾਸਤੇ ਵਰਤਿਆ ਜਾਂਦਾ ਹੈ, ਖਿੱਚਣ ਲਈ ਕੀਤਾ ਜਾਂਦਾ ਹੈ। ਸੋ ਇਹ ਜਿਹੜੇ ਦੋ ਸੈਟ ਸਕੁਅਰ ਨੇ ਇਹਨਾਂ ਨੂੰ ਅਸੀਂ ਕੰਬਾਈਨ ਕਰਕੇ ਇਹ ਨੀਚੇ ਜੋ ਐਂਗਲ ਦਰਸਾਏ ਗਏ ਨੇ ਅਸੀਂ ਇਹ ਐਂਗਲ ਲਗਾ ਸਕਦੇ ਹਾਂ। ਨੈਕਸਟ ਆ ਗਿਆ ਪ੍ਰੋਟੈਕਟਰ। ਪ੍ਰੋਟੈਕਟਰ ਜਿਸ ਨੂੰ ਸਿਖਿਆਰਥੀ ਜੋ ਨੇ ਆਮ ਭਾਸ਼ਾ ਵਿੱਚ ਆਪਾਂ ਡੀ ਵੀ ਕਹਿ ਦਿੰਦੇ ਆ, ਐਕਚੁਅਲੀ ਇਸ ਦਾ ਨਾਮ ਪ੍ਰੋਟੈਕਟਰ ਹੈ। ਇਹ ਅਰਧ ਗੋਲਾਕਾਰ ਜਾਂ ਗੋਲਾਕਾਰ ਲੱਕੜੀ ਜਾਂ ਪਾਰਦਰਸ਼ੀ ਪਲਾਸਟਿਕ ਦਾ ਬਣਿਆ ਹੁੰਦਾ ਹੈ। ਇਸ ਦੇ ਉੱਪਰ 1 ਡਿਗਰੀ ਦੇ ਫਰਕ ਨਾਲ ਕਲੌਕਵਾਈਜ਼ ਅਤੇ ਐਂਟੀ ਕਲੌਕਵਾਈਜ਼ 0 ਤੋਂ 180 ਡਿਗਰੀ ਜਾਂ 0 ਤੋਂ 360 ਡਿਗਰੀ ਅਗਰ ਗੋਲਾਕਾਰ ਹੈ ਤਾਂ ਤੱਕ ਕੋਣ ਮਾਰਕਿੰਗ ਕੀਤੇ ਹੁੰਦੇ ਹਨ। ਇਹਨਾਂ ਦਾ ਪ੍ਰਯੋਗ ਕੋਣ ਬਣਾਉਣ ਅਤੇ ਬਣੇ ਕੋਣ ਨੂੰ ਮਾਪਣ ਲਈ ਕੀਤਾ ਜਾਂਦਾ ਹੈ। ਨੈਕਸਟ ਆ ਗਈ ਡਰਾਇੰਗ ਕੰਪਾਸ। ਕੰਪਾਸ ਇਸ ਵਿੱਚ ਦੋ ਲੱਤਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਜੋੜ ਤੇ ਜੋੜਿਆ ਹੁੰਦਾ ਹੈ। ਇਸ ਦੇ ਇੱਕ ਲੱਤ ਦੇ ਸਿਰ ਤੇ ਸਿੱਕਾ ਲਗਾਉਣ ਦੀ ਵਿਵਸਥਾ ਹੁੰਦੀ ਹੈ। ਇਸ ਨੂੰ ਲੈਡ ਪੁਆਇੰਟ ਕਹਿੰਦੇ ਹਨ, ਜਦੋਂ ਕਿ ਦੂਜੀ ਲੱਤ ਦੇ ਸਿਰੇ ਤੇ ਸ਼ੀਟ ਵਿੱਚ ਚਬਾਉਣ ਦਾ ਨੀਡਲ ਪੁਆਇੰਟ ਹੁੰਦਾ ਹੈ। ਨੈਕਸਟ ਇਹ ਹੁੰਦੀ ਹੈ ਲਾਰਜ ਸਾਈਜ਼ ਕੰਪਾਸ, ਲਾਰਜ ਸਾਈਜ਼ ਡਿਵਾਈਡਰ, ਸਮਾਲ ਬੋ ਕੰਪਾਸ, ਸਮਾਲ ਬੋ ਡਿਵਾਈਡਰ। ਜੋ ਡਿਵਾਈਡਰ ਹੁੰਦਾ ਹੈ ਉਸ ਦੇ ਇੱਕ ਦੋਨੇ ਸਾਈਡ ਤੇ ਦੋਨੇ ਸਿਰਿਆਂ ਤੇ ਪੁਆਇੰਟ ਹੁੰਦਾ ਹੈ, ਬਟ ਜੋ ਕੰਪਾਸ ਹੁੰਦੀ ਹੈ ਉਸ ਦੇ ਇੱਕ ਸਾਈਡ ਤੇ ਪੁਆਇੰਟ ਹੁੰਦਾ ਹੈ ਅਤੇ ਇੱਕ ਸਾਈਡ ਤੇ ਪੈਨਸਿਲ ਜਾਂ ਨੀਡਲ ਸਿੱਕਾ ਲਗਾਉਣ ਵਾਸਤੇ ਵਿਵਸਥਾ ਹੁੰਦੀ ਹੈ। ਇਸ ਨੂੰ ਅਸੀਂ ਆਮ ਜੋ ਸਿਖਿਆਰਥੀ ਅਸੀਂ ਪ੍ਰਕਾਰ ਵੀ ਕਹਿ ਦਿੰਦੇ ਹਾਂ, ਬਟ ਐਕਚੁਅਲੀ ਇਸ ਨੂੰ ਅਸੀਂ ਡਰਾਇੰਗ ਕੰਪਾਸ ਜੋ ਇੰਜੀਨੀਅਰਿੰਗ ਲੈਂਗੁਏਜ ਚ ਡਰਾਇੰਗ ਕੰਪਾਸ ਕਿਹਾ ਜਾਂਦਾ ਹੈ। ਨੈਕਸਟ ਮੈਂ ਇੱਕ ਅਸੀਂ ਦਿਖਾਈ ਹੈ ਡਰਾਇੰਗ ਕੰਪਾਸ ਦੀ ਇਹ ਜਿਓਮੈਟਰੀ ਹੈ। ਇਸ ਦੇ ਵਿੱਚ ਜਿਹੜੀ ਕੰਪਾਸ ਹੈ डिवाइडर भी है,
ਕੰਪਾਸ ਨੂੰ ਵੱਡਾ ਕਰਨ ਵਾਸਤੇ ਲਾਰਜ ਸਾਈਜ਼ ਕੰਪਾਸ ਐਕਸਟੈਂਸ਼ਨ ਬਾਰ ਦਿੱਤੀ ਗਈ ਹੈ, ਜਿਸ ਨਾਲ ਕਿ ਅਸੀਂ ਵੱਡੇ ਸਰਕਲ ਵੀ ਲਗਾ ਸਕਦੇ ਹਾਂ। ਨੈਕਸਟ ਹੈ ਡਰਾਇੰਗ ਪੈਨਸਲ। ਡਰਾਇੰਗ ਦੀ ਸ਼ੁੱਧਤਾ ਅਤੇ ਸੁੰਦਰਤਾ ਚੰਗੀ ਕਿਸਮ ਅਤੇ ਗ੍ਰੇਡ ਦੀ ਪੈਨਸਿਲ ਉੱਪਰ ਨਿਰਭਰ ਕਰਦੀ ਹੈ। ਪੈਨਸਿਲ ਦਾ ਗ੍ਰੇਡ ਪੈਨਸਿਲ ਤੇ ਲਿਖਿਆ ਹੁੰਦਾ ਹੈ। ਐਚ ਗ੍ਰੇਡ ਦੀਆਂ ਪੈਨਸਿਲ ਸਖਤ ਹੁੰਦੀਆਂ ਹਨ। ਇਹ ਐਚ ਤੋਂ 9H ਤੱਕ ਗ੍ਰੇਡ ਦੀਆਂ ਮਿਲਦੀਆਂ ਹਨ। ਦੇਖੋ ਡਰਾਇੰਗ ਪੈਨਸਿਲ ਜਿਹੜੀ ਆ ਉਹ ਬਹੁਤ ਮਹੱਤਵਪੂਰਨ ਇੱਕ ਇੰਸਟਰੂਮੈਂਟ ਆ। ਡਰਾਇੰਗ ਪੈਨਸਿਲ ਤੋਂ ਬਿਨਾ ਅਸੀਂ ਡਰਾਇੰਗ ਤਾਂ ਵੈਸੇ ਬਣਾ ਨਹੀਂ ਸਕਦੇ, ਬਟ ਇਸ ਨੂੰ ਪ੍ਰੋਪਰ ਵੇ ਨਾਲ ਯੂਜ਼ ਕਰਨਾ, ਪ੍ਰੋਪਰ ਗ੍ਰੇਡ ਦੀ ਪੈਨਸਿਲ ਯੂਜ਼ ਕਰਨਾ ਬਹੁਤ ਲਾਜ਼ਮੀ ਆ। ਇੱਕ ਗ੍ਰੇਡ ਦੀ ਪੈਨਸਿਲ ਤਾਂ ਅਸੀਂ ਯੂਜ਼ ਕਰ ਲਵਾਂਗੇ ਪ੍ਰੋਪਰ, ਬਟ ਉਸ ਨੂੰ ਡਰਾਇੰਗ ਕਰਦੇ ਸਮੇਂ ਉਹ ਟਾਈਮ ਤੇ ਮੂਹਰੋਂ ਘਸ ਹੋ ਜਾਂਦੀ ਹੈ, ਜਾਂ ਉਸ ਨੂੰ ਕਹਿੰਦੇ ਐਜ ਜੋ ਹੈ ਉਸਦਾ ਬਲੰਟ ਹੋ ਜਾਂਦਾ ਹੈ, ਮੁੜ ਜਾਂਦਾ ਹੈ, ਐਜ ਖਤਮ ਹੋ ਜਾਂਦਾ ਹੈ ਪੈਨਸਿਲ ਦਾ। ਉਸ ਨੂੰ ਟਾਈਮ ਟੂ ਟਾਈਮ ਸ਼ਾਰਪ ਵੀ ਕਰਨਾ ਹੈ, ਤਾਂ ਜੋ ਸਾਡੀ ਡਰਾਇੰਗ ਦੀ ਜਿਹੜੀ ਹੈ ਇੱਕ ਸਾਰ ਬਣੇ। ਲਾਈਨ ਦੀ ਜਿਹੜੀ ਥਿਕਨੈਸ ਆ ਉਹ ਬਹੁਤ ਇੰਪੋਰਟੈਂਟ ਆ। ਲਾਈਨ ਦੀ ਥਿਕਨੈਸ ਵੱਧ ਘੱਟ ਨਹੀਂ ਹੋਣੀ ਚਾਹੀਦੀ। ਨੈਕਸਟ ਜਿਵੇਂ ਜਿਵੇਂ ਨੰਬਰ ਵੱਧਦਾ ਹੈ ਪੈਨਸਿਲ ਸਖਤ ਹੁੰਦੀ ਜਾਂਦੀ ਹੈ। B ਗ੍ਰੇਡ ਦੀ ਪੈਨਸਿਲ ਨਰਮ ਹੁੰਦੀ ਹੈ। ਇਹ B ਤੋਂ 7B ਤੱਕ ਹੁੰਦੀ ਹੈ। ਜਿਵੇਂ ਜਿਵੇਂ B ਨੰਬਰ ਵੱਧਦਾ ਹੈ ਇਹ ਜ਼ਿਆਦਾ ਨਰਮ ਹੁੰਦੀਆਂ ਜਾਂਦੀਆਂ ਹਨ। ਇਹਨਾਂ ਦੇ ਲਿਡ ਦੀ ਮੋਟਾਈ ਵੀ ਵੱਧਦੀ ਜਾਂਦੀ ਹੈ। ਨੈਕਸਟ ਸਲਾਈਡ ਵਿੱਚ ਡਿਫਾਈਨ ਕੀਤਾ ਹੋਇਆ ਹੈ। ਦੇਖੋ ਹਰ ਇੱਕ ਪ੍ਰਕਾਰ ਦੀ ਜਿਹੜੀ ਹਰ ਇੱਕ ਤਰ੍ਹਾਂ ਦੀ ਜਿਹੜੀ ਪੈਨਸਿਲ ਆ, ਹਰ ਇੱਕ ਗ੍ਰੇਡ ਦੀ ਪੈਨਸਿਲ ਆ, ਉਹ ਇੱਥੇ ਯੂਜ਼ ਕੀਤੀ ਗਈ ਆ। 9H ਤੇ 9B ਮੀਨਸ B ਤੋਂ ਲੈ ਕੇ 9B ਤੱਕ ਤੇ H ਤੋਂ ਲੈ ਕੇ 9H ਤੱਕ ਹਰ ਇੱਕ ਤਰ੍ਹਾਂ ਦੀ ਪੈਨਸਿਲ ਇੱਥੇ ਯੂਜ਼ ਕੀਤੀ ਗਈ ਆ। ਉਹ ਤੁਸੀਂ ਆਪ ਦੇਖ ਸਕਦੇ ਹੋ ਕਿਸ ਤਰ੍ਹਾਂ ਇਹਨਾਂ ਦੇ ਲਾਈਟਨਿੰਗ ਇਫੈਕਟ ਜਿਹੜਾ ਆ ਡਾਰਕ ਆ ਤੇ ਲਾਈਟ ਆ। 9H ਬਹੁਤ ਜ਼ਿਆਦਾ ਲਾਈਟ ਹੋ ਜਾਂਦੀ ਹੈ ਪੈਨਸਿਲ ਤੇ ਹਾਰਡ ਹੁੰਦੀ ਆ। 9B ਜਿਹੜੀ ਆ ਉਹ ਸੌਫਟ ਹੁੰਦੀ ਆ ਤੇ ਬਹੁਤ ਜ਼ਿਆਦਾ ਡਾਰਕ ਹੋ ਜਾਂਦੀ ਹੈ। ਗ੍ਰੇਡ F ਅਤੇ HB, ਇਸ ਵਿੱਚ ਗ੍ਰੇਡ F ਤੇ HB ਵੀ ਸ਼ੋ ਕੀਤੇ ਗਏ ਨੇ, ਜੋ ਕਿ ਇੱਕ ਮੀਡੀਅਮ ਵਿਚਕਾਰ ਪੈਨਸਿਲ ਆਉਂਦੀ ਹੈ। FHB ਅਤੇ B ਗ੍ਰੇਡ ਦੀਆਂ ਪੈਨਸਿਲ ਦੇ ਅੱਖਰਾਂਕਨ ਅਤੇ ਹੋਰ ਐਰੋਹੈਡ ਜੋ FHB B ਗ੍ਰੇਡ ਦੀਆਂ ਪੈਨਸਿਲਾਂ ਨੇ, ਇਹ ਅਸੀਂ ਅੱਖਰਾਂਕਨ ਵਾਸਤੇ ਅਤੇ ਐਰੋਹੈਡ ਬਣਾਉਣ ਵਾਸਤੇ ਯੂਜ਼ ਕਰਦੇ ਹਾਂ। H ਅਤੇ 3H ਦੀਆਂ ਪੈਨਸਿਲਸ ਦਾ ਰਿਕਾਰਡ ਕੰਮ ਵਿੱਚ 4H ਤੋਂ 9H ਤੱਕ ਦੀਆਂ ਪੈਨਸਿਲ ਦਾ ਪ੍ਰਯੋਗ ਬਰੀਕ ਹਲਕੀਆਂ ਰੇਖਾਵਾਂ ਵਿੱਚ ਪ੍ਰਯੋਗ ਹੁੰਦਾ ਹੈ, ਅਤੇ 2B ਤੇ 7B ਤੱਕ ਦੀਆਂ ਪੈਨਸਿਲ ਦਾ ਪ੍ਰਯੋਗ ਕਲਾਤਮਕ ਕੰਮਾਂ ਲਾਈਕ ਆਰਟਿਸਟਿਕ ਡਰਾਇੰਗਸ ਜੋ ਅਸੀਂ ਬਣਾਉਂਦੇ ਹਾਂ ਉਹਨਾਂ ਵਿੱਚ ਕੀਤਾ ਜਾਂਦਾ ਹੈ। ਦੇਖੋ ਕਿਸ ਤਰ੍ਹਾਂ 9H ਬਹੁਤ ਲਾਈਟ ਆ, 8H ਉਸ ਤੋਂ ਥੋੜੀ ਡਾਰਕ ਹੋ ਗਈ, 7H ਹੋਰ ਡਾਰਕ, 6H ਹੋਰ ਡਾਰਕ। ਇਸੇ ਤਰੀਕੇ ਨਾਲ ਇਹ F ਮੀਡੀਅਮ ਹੈ, HB ਹੋਰ ਡਾਰਕ ਹੋ ਗਈ, B ਹੋਰ ਡਾਰਕ, 2B ਹੋਰ ਡਾਰਕ। ਇਸ ਤਰ੍ਹਾਂ ਹੀ ਕਰਦੇ ਕਰਦੇ 9B ਤੱਕ ਇਹ ਬਹੁਤ ਡਾਰਕ ਹੋ ਜਾਂਦੀ ਹੈ। ਜਦੋਂ ਅਸੀਂ ਪੈਨਸਿਲ ਦੀ ਗ੍ਰੇਡ ਤਾਂ ਸਹੀ ਯੂਜ਼ ਕਰ ਲਿਆ, ਬਟ ਅਸੀਂ ਅਗਰ ਪੈਨਸਿਲ ਨੂੰ ਕੰਟੀਨਿਊਲੀ ਯੂਜ਼ ਕਰਾਂਗੇ ਤਾਂ ਉਸਦੀ ਜੋ ਟਿਪ ਹੈ ਉਹ ਬਲੰਟ ਹੋ ਜਾਂਦੀ ਹੈ, ਉਹ ਐਜ ਉਸਦਾ ਖਰਾਬ ਹੋ ਜਾਂਦਾ ਹੈ। ਉਸ ਨੂੰ ਸ਼ਾਰਪ ਕਰਨਾ ਬਹੁਤ ਜ਼ਰੂਰੀ ਹੈ। ਟਾਈਮ ਟੂ ਟਾਈਮ ਜਦੋਂ ਸਾਨੂੰ ਅਸੀਂ ਡਰਾਇੰਗ ਬਣਾਉਂਦੇ ਹਾਂ ਤਾਂ ਸਾਡੀ ਜਿਹੜੀ ਪੈਨਸਿਲ ਦੀ ਲਾਈਨ ਦੀ ਮੋਟਾਈ ਹੈ ਉਹਦੇ 'ਚ ਡਿਫਰੈਂਸ ਆ ਜਾਂਦਾ ਹੈ। ਉਸ ਨੂੰ ਅਸੀਂ ਪ੍ਰੋਪਰ ਮੇਨਟੇਨ ਰੱਖਣਾ ਹੈ। ਉਸ ਵਾਸਤੇ ਅਸੀਂ ਸੈਂਡ ਪੇਪਰ ਦਾ ਯੂਜ਼ ਕਰਾਂਗੇ। ਬਲੇਡ ਜਾਂ ਚਾਕੂ ਨਾਲ ਪੈਨਸਿਲ ਦੇ ਸਿੱਕੇ ਦੀ ਲੱਕੜੀ ਨੂੰ ਹਟਾਉਣ ਤੋਂ ਬਾਅਦ ਹਟਾਉਣ ਤੋਂ ਬਾਅਦ ਸਿੱਕੇ ਨੂੰ ਤੇਜ਼ ਮੀਨਸ ਸ਼ਾਰਪ ਕਰਨ ਲਈ ਸੈਂਡ ਪੇਪਰ ਦਾ ਪ੍ਰਯੋਗ ਕੀਤਾ ਜਾਂਦਾ ਹੈ। ਆਮ ਤੌਰ ਤੇ 0 ਨੰਬਰ ਦਾ ਪੇਪਰ ਪ੍ਰਯੋਗ ਕੀਤਾ ਜਾਂਦਾ ਹੈ। ਸੋ ਕਹਿਣ ਦਾ ਭਾਵ ਜਿਹੜੀ ਪੈਨਸਿਲ ਦੀ ਪੁਆਇੰਟ ਆ, ਟਿਪ ਆ, ਉਸ ਨੂੰ ਸ਼ਾਰਪ ਰੱਖਣਾ ਬਹੁਤ ਜ਼ਰੂਰੀ ਹੈ। ਅਗਰ ਉਹ ਸ਼ਾਰਪ ਨਹੀਂ ਰਹੇਗਾ ਤਾਂ ਜਿਹੜੀ ਸਾਡੀ ਡਰਾਇੰਗ ਦੇ ਵਿੱਚ ਲਾਈਨ ਦੀ ਥਿਕਨੈਸ ਹੈ
ਉਸ ਦੇ ਵਿੱਚ ਡੇਵੀਏਸ਼ਨਸ ਆਈ ਜਾਣਗੀਆਂ ਕਿ ਕਿਤੇ ਡਰਾਇੰਗ ਲਾਈਨ ਮੋਟੀ ਹੋਏਗੀ, ਕਿਤੇ ਪਤਲੀ ਹੋਏਗੀ। ਸੋ ਇਸ ਤੋਂ ਅਸੀਂ ਬਚਣਾ ਹੈ, ਜਿਹਦੇ ਨਾਲ ਕਿ ਡਰਾਇੰਗ ਵਿੱਚ ਸਫਾਈ ਦਾ ਹੋਣਾ ਬਹੁਤ ਜ਼ਰੂਰੀ ਹੈ। ਨੈਕਸਟ ਇੰਸਟਰੂਮੈਂਟ ਹੈਗਾ ਜੀ ਫ੍ਰੈਂਚ ਕਰਵ। ਇਹਨਾਂ ਦਾ ਪ੍ਰਯੋਗ ਅਵਿਵਸਥਿਤ ਕਰਵ ਮੀਨਸ ਇਰਰੈਗੂਲਰ ਕਰਵਸ ਬਣਾਉਣ ਲਈ ਕੀਤਾ ਜਾਂਦਾ ਹੈ। ਇਹ ਪਲਾਸਟਿਕ ਦੇ ਬਣਾਏ ਜਾਂਦੇ ਹਨ, 10 ਦੇ ਸੈੱਟ ਵਿੱਚ ਉਪਲਬਧ ਹੁੰਦੇ ਹਨ। ਅਸੀਂ ਜਦੋਂ ਸਰਕਲ ਲਗਾਉਂਦੇ ਹਾਂ ਤਾਂ ਅਸੀਂ ਆਮ ਤੌਰ ਤੇ ਡਰਾਇੰਗ ਕੰਪਾਸ ਦਾ ਪ੍ਰਯੋਗ ਕਰਦੇ ਹਾਂ, ਬਟ ਕਈ ਵਾਰ ਸਾਨੂੰ ਇਦਾਂ ਦੇ ਕਰਵ ਆ ਜਾਂਦੇ ਹਨ ਡਰਾਇੰਗ ਵਿੱਚ ਬਣਾਉਣੇ ਜੋ ਕਿ ਡਰਾਇੰਗ ਦੀ ਪ੍ਰਕਾਰ ਦੇ ਨਾਲ ਡਰਾਇੰਗ ਕੰਪਾਸ ਦੇ ਨਾਲ ਬਣਾਉਣੇ ਇੰਪੋਸੀਬਲ ਹੁੰਦੇ ਹਨ। ਸੋ ਉਸ ਸਟੇਜ ਵਿੱਚ ਅਸੀਂ ਫ੍ਰੈਂਚ ਕਰਵਸ ਯੂਜ਼ ਕਰਾਂਗੇ। ਇਸ ਦੇ ਵਿੱਚ ਬਹੁਤ ਸਾਰੀਆਂ ਕਰਵਸ ਬਣੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਜੋ ਕਰਵ ਜਿੱਥੇ ਫਿੱਟ ਹੁੰਦੀ ਹੈ ਉਸ ਤੇ ਅਸੀਂ ਕਰਵ ਰੱਖ ਕੇ ਪੈਨਸਿਲ ਦੇ ਨਾਲ ਇਸ ਨੂੰ ਉਸ ਕਰਵ ਦੀ ਸ਼ੇਪ ਨੂੰ ਅਸੀਂ ਟਰੇਸ ਕਰ ਸਕਦੇ ਹਾਂ। ਮਿਨੀ ਡਰਾਫਟਰ ਇਸ ਇੱਕ ਹੀ ਮਸ਼ੀਨ ਦੇ ਨਾਲ ਟੀ ਸਕੁਅਰ, ਸੈਟ ਸਕੁਅਰ, ਪ੍ਰੋਟਰੈਕਟਰ, ਸਕੇਲ ਆਦਿ ਸਾਰਿਆਂ ਦਾ ਪ੍ਰਯੋਗ ਬਹੁਤ ਆਸਾਨੀ ਨਾਲ ਹੁੰਦਾ ਹੈ। ਹੁਣ ਤੱਕ ਜਿੰਨੇ ਵੀ ਇੰਸਟਰੂਮੈਂਟ ਤੁਹਾਨੂੰ ਇਸ ਸਲਾਈਡ ਵਿੱਚ ਮਿਲੇ ਹਨ, ਜੋ ਵੀ ਇੰਸਟਰੂਮੈਂਟ ਅਸੀਂ ਯੂਜ਼ ਕਰਦੇ ਹਾਂ, ਉਹ ਸਾਰੇ ਇੰਸਟਰੂਮੈਂਟ ਅਸੀਂ ਯੂਜ਼ ਕਰ ਸਕਦੇ ਹਾਂ। ਉਹਨਾਂ ਦੇ ਅਲਟਰਨੇਟਿਵ ਇੱਕ ਅਸੀਂ ਅਗਰ ਮਿਨੀ ਡਰਾਫਟਰ ਲੈ ਲਈਏ ਤਾਂ ਜੋ ਉਹ ਇੰਸਟਰੂਮੈਂਟ ਨੇ ਉਹਨਾਂ ਸਾਰੇ ਇੰਸਟਰੂਮੈਂਟਸ ਦਾ ਕੰਮ ਇੱਕ ਮਿਨੀ ਡਰਾਫਟਰ ਕਰ ਸਕਦਾ ਹੈ, ਬਹੁਤ ਆਸਾਨੀ ਨਾਲ ਹੋ ਜਾਂਦਾ ਹੈ। ਹੋਰ ਉਪਕਰਨ ਦੇ ਮੁਕਾਬਲੇ ਵਿੱਚ ਇਸ ਦੇ ਪ੍ਰਯੋਗ ਨਾਲ ਸਮੇਂ ਦੀ ਕਾਫੀ ਬਚਤ ਹੁੰਦੀ ਹੈ, ਕਾਫੀ ਸਮਾਂ ਬਚਦਾ ਹੈ ਇਸ ਦਾ। ਮਿਨੀ ਡਰਾਫਟਰ ਦੇਖੋ ਕਿਸ ਤਰ੍ਹਾਂ ਇੱਕ ਡਰਾਇੰਗ ਦੇ ਥਰੂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿਸ ਤਰ੍ਹਾਂ ਇਹਨੂੰ ਯੂਜ਼ ਕਰਨਾ ਹੈ। ਇੱਕ ਡਰਾਇੰਗ ਬੋਰਡ ਹੈ, ਡਰਾਇੰਗ ਬੋਰਡ ਦੇ ਉੱਪਰ ਅਸੀਂ ਸ਼ੀਟ ਨੂੰ ਪੇਸਟ ਕੀਤਾ ਹੋਇਆ। ਇਸ ਦੇ ਉੱਪਰ ਇੱਕ ਫਿਕਸਿੰਗ ਕਲੈਂਪ ਹੁੰਦਾ ਹੈ, ਲੋਕਿੰਗ ਨੋਬ ਹੁੰਦੀ ਹੈ, ਸਕੇਲ ਹੁੰਦਾ ਹੈ। ਇਸ ਨਾਲ ਇੱਕ ਗੋਲ ਡਿਸਕ ਤੇ ਦੋ ਭੁਜਾਵਾਂ ਸਮਕੋਣ ਤੇ ਫਿਕਸ ਹੁੰਦੀਆਂ ਹਨ। 90 ਡਿਗਰੀ ਦੇ ਉੱਤੇ ਦੋ ਭੁਜਾਵਾਂ ਫਿਕਸ ਹੁੰਦੀਆਂ ਹਨ, ਟ੍ਰਾਂਸਪੇਰੈਂਟ ਹੁੰਦੀਆਂ ਨੇ। ਜਨਰਲੀ ਇਹ ਪਲਾਸਟਿਕ ਦਾ ਬਣਿਆ ਹੁੰਦਾ ਹੈ। ਇਸ ਡਿਸਕ ਤੇ ਪ੍ਰੋਟੈਕਟਰ ਦੀ ਤਰ੍ਹਾਂ ਕੋਣ ਦੀ ਮੈਪਿੰਗ ਕੀਤੀ ਜਾਂਦੀ ਹੈ। ਜਿਹੜੀ ਉਹ ਡਿਸਕ ਹੈ, ਡਿਸਕ ਦੇ ਉੱਤੇ ਪ੍ਰੋਟੈਕਟਰ ਦੀ ਤਰ੍ਹਾਂ ਡਿਗਰੀਜ਼ ਮੈਪਿੰਗ ਕੀਤੀ ਹੁੰਦੀ ਹੈ। ਸੋ ਉਸ ਨੂੰ ਅਸੀਂ ਜੋ ਵੀ ਡਿਜ਼ਾਇਰ ਸਾਨੂੰ ਡਿਗਰੀ ਚਾਹੀਦੀ ਹੈ ਉਹ ਡਿਗਰੀ ਤੇ ਸੈੱਟ ਕਰਕੇ ਜੋ ਇਸ ਦੀ ਸਭ ਤੋਂ ਲੰਬੀ ਭੁਜਾ ਹੈ ਉਸ ਦੇ ਨਾਲ ਜਾਂ ਛੋਟੀ ਭੁਜਾ ਦੇ ਨਾਲ ਉਸ ਡਿਗਰੀ ਦੇ ਉੱਤੇ ਅਸੀਂ ਲਾਈਨ ਲਗਾ ਸਕਦੇ ਹਾਂ। ਇਸ ਨੂੰ ਸੈੱਟ ਕਿਵੇਂ ਕਰਨਾ ਹੈ? ਜੋ ਇਸ ਦੀਆਂ ਭੁਜਾਵਾਂ ਨੇ ਉਹ ਡਰਾਇੰਗ ਸ਼ੀਟ ਦੇ ਉੱਤੇ ਲੱਗੀ ਲਾਈਨ ਜੋ ਹੈ 90 ਡਿਗਰੀ ਫਰੇਮ ਬਣਿਆ ਹੈ ਉਸ ਦੇ ਨਾਲ ਅਸੀਂ ਇਸ ਨੂੰ ਅਲਾਈਨ ਕਰ ਲੈਣਾ ਹੈ। ਇੱਕ ਵਾਰ ਅਗਰ ਇਸ ਨੂੰ ਅਸੀਂ ਇੱਕ ਲਾਈਨ ਦੇ ਨਾਲ ਅਲਾਈਨ ਕਰ ਲਿਆ, ਇਸ ਡਰਾਫਟਰ ਨੂੰ ਅਸੀਂ ਦੁਬਾਰਾ ਨਹੀਂ ਛੇੜਨਾ। ਪੂਰੀ ਡਰਾਇੰਗ ਉਸੇ ਲਾਈਨ ਦੇ ਨਾਲ ਪੈਰਲਲ ਅਲਾਈਨਡ ਬਣੇਗੀ। ਅਗਰ ਅਸੀਂ ਇੱਕ ਵਾਰ ਸੈੱਟ ਕਰਕੇ ਹਾਫ ਡਰਾਇੰਗ ਬਣਾ ਲਈ ਫਿਰ ਅਸੀਂ ਡਰਾਫਟਰ ਨੂੰ ਛੇੜ ਦਿੱਤਾ ਤਾਂ ਸਾਡੀ ਡਰਾਇੰਗ ਜਿਹੜੀ ਆ ਉਹ ਸਹੀ ਨਹੀਂ ਬਣੇਗੀ, ਉਸ ਦੇ ਵਿੱਚ ਐਰਰਸ ਆ ਜਾਣਗੀਆਂ। ਅਗਰ ਅਸੀਂ ਮੰਨ ਲਓ ਡਰਾਇੰਗ ਰਹਿ ਵੀ ਗਈ ਸਾਡੀ ਤਾਂ ਅਸੀਂ ਉਸ ਡਰਾਫਟਰ ਨੂੰ ਦੁਬਾਰਾ ਫਿਰ ਨੈਕਸਟ ਟਾਈਮ ਜਦੋਂ ਵੀ ਡਰਾਇੰਗ ਬਣਾਉਣੀ ਆ ਉਸੇ ਲਾਈਨ ਦੇ ਨਾਲ ਇੱਕ ਲਾਈਨ ਜਿਹੜੀ ਅਸੀਂ ਡਰਾ ਕਰਾਂਗੇ ਜਿਸ ਦੇ ਨਾਲ ਪਹਿਲਾਂ ਅਲਾਈਨ ਕੀਤਾ ਸੀ, ਉਸੇ ਲਾਈਨ ਦੇ ਨਾਲ ਪਹਿਲਾਂ ਅਲਾਈਨਡ ਕਰਾਂਗੇ ਡਰਾਫਟਰ ਨੂੰ, ਫਿਰ ਅਸੀਂ ਆਪਣੀ ਜਿਹੜੀ ਰਿਮੇਨਿੰਗ ਡਰਾਇੰਗ ਆ ਉਸ ਨੂੰ ਬਣਾਉਣਾ ਸ਼ੁਰੂ ਕਰ ਦੇਵਾਂਗੇ। ਨੈਕਸਟ ਇੰਸਟਰੂਮੈਂਟ ਹੈਗੇ ਨੇ ਰਬੜ ਔਰ ਇਰੇਜ਼ਰ। ਫਾਲਤੂ ਜਾਂ ਗਲਤ ਰੇਖਾਵਾਂ ਨੂੰ ਮਿਟਾਉਣ ਲਈ ਰਬੜ ਦਾ ਪ੍ਰਯੋਗ ਕੀਤਾ ਜਾਂਦਾ ਹੈ। ਸਿੰਪਲ ਜੀ ਗੱਲ ਆ। ਸਕੇਲ ਜੋ ਹੈ ਇਹਦੇ ਉੱਤੇ ਵੀ ਇੱਕ ਸਾਈਡ ਤੇ ਸੈਂਟੀਮੀਟਰ ਹੁੰਦਾ ਹੈ, ਇੰਚਸ ਵਿੱਚ ਹੁੰਦਾ ਹੈ, ਸੈਂਟੀਮੀਟਰ ਵਿੱਚ ਹੁੰਦਾ ਹੈ। ਦੋ ਬਿੰਦੂਆਂ ਵਿਚਲੀ ਦੂਰੀ ਨੂੰ ਮਾਪਣ ਅਤੇ ਜਾਂ ਅੰਕਿਤ ਕਰਨ ਲਈ ਸਕੇਲ ਦਾ ਪ੍ਰਯੋਗ ਕੀਤਾ ਜਾਂਦਾ ਹੈ। ਟ੍ਰਾਂਸਪੇਰੈਂਟ ਹੁੰਦਾ ਹੈ। ਨੈਕਸਟ ਜਦੋਂ ਅਸੀਂ ਇੱਕ ਡਰਾਇੰਗ ਸ਼ੀਟ ਨੂੰ ਅਸੀਂ ਚਿਪਕਾਉਣਾ ਹੈ ਤਾਂ ਅਸੀਂ ਸੈਲੋ ਟੇਪ ਜਾਂ ਡਰਾਇੰਗ ਪਿੰਸ ਦੀ ਮਦਦ ਲਵਾਂਗੇ
ਇਹਨਾਂ ਦਾ ਪ੍ਰਯੋਗ ਡਰਾਇੰਗ ਸ਼ੀਟ ਨੂੰ ਡਰਾਇੰਗ ਬੋਰਡ ਤੇ ਚਿਪਕਾਉਣ ਲਈ ਕੀਤਾ ਜਾਂਦਾ ਹੈ। ਦੇਖ ਲਓ ਕਿਸ ਤਰ੍ਹਾਂ ਡਰਾਇੰਗ ਪਿੰਸ ਨੇ, ਇਹ ਸੈਲੋ ਟੇਪ ਹੈ। ਨੈਕਸਟ ਸਾਡੇ ਸੀਗੇ ਲਾਈਨਸ। ਲਾਈਨ ਕੀ ਹੈ? ਲਾਈਨ ਇੱਕ ਤੋਂ ਬਾਅਦ ਇੱਕ ਲਗਾਤਾਰ ਬਿੰਦੂਆਂ ਦਾ ਸਮੂਹ ਹੁੰਦਾ ਹੈ। ਇੱਕ ਲਾਈਨ ਨੂੰ ਇੱਕ ਜਾਂ ਦੋ ਅੱਖਰਾਂ ਨਾਲ ਨਾਮ ਦਿੱਤਾ ਜਾਂਦਾ ਹੈ। ਲਾਈਕ ਜਿਵੇਂ ਲਾਈਨ PQ ਹੈ, ਇਸ ਨੂੰ ਅਸੀਂ ਲਾਈਨ PQ ਕਹਾਂਗੇ। ਇਸ ਦੇ ਇੱਕ ਐਂਡ ਤੇ P ਲਿਖਿਆ ਹੈ, ਦੂਜੇ ਤੇ Q, ਤਾਂ ਇਹ ਲਾਈਨ PQ ਹੋਗੀ। ਇੱਕ ਲਾਈਨ ਨੂੰ ਅਸੀਂ ਇਕੱਲਾ L ਅੱਖਰ ਨਾਮ ਦੇ ਸਕਦੇ ਹਾਂ, ਲਾਈਨ L ਹੋ ਜਾਏਗੀ। ਲਾਈਨ ਦਾ ਕੋਈ ਐਂਡ ਪੁਆਇੰਟ ਨਹੀਂ ਹੁੰਦਾ। ਲਾਈਨ ਨੂੰ ਅਸੀਂ ਜਿੰਨਾ ਮਰਜ਼ੀ ਖਿੱਚ ਲਈਏ, ਜਿੰਨੀ ਮਰਜ਼ੀ ਲੰਬੀ ਖਿੱਚ ਲਈਏ, ਬਟ ਕੋਈ ਪੁਆਇੰਟ ਜਿੱਥੋਂ ਲਾਈਨ ਨੂੰ ਅਸੀਂ ਕੋਈ ਨਾਮ ਦੇਵਾਂਗੇ, ਕੋਈ ਡਾਇਮੈਂਸ਼ਨ ਹੋਏਗੀ, ਕੋਈ ਅਸੀਂ ਉਸ ਨੂੰ ਇੱਕ ਦੂਰੀ ਤੋਂ ਦੂਜੀ ਦੂਰੀ ਤੱਕ ਕੋਈ ਡਾਇਮੈਂਸ਼ਨ ਦੇਵਾਂਗੇ। ਅਗਰ ਡਾਇਮੈਂਸ਼ਨ ਨਹੀਂ ਦਿੰਦੇ ਤਾਂ ਇਸ ਦਾ ਕੋਈ ਐਂਡ ਪੁਆਇੰਟ ਨਹੀਂ ਹੈ। ਲਾਈਨ ਨੂੰ ਦੋਨੋਂ ਸਿਰਿਆਂ ਤੋਂ ਅਨੰਤ ਵਧਾਇਆ ਜਾ ਸਕਦਾ ਹੈ। ਜਿੰਨਾ ਮਰਜ਼ੀ ਤੁਸੀਂ ਵਧਾ ਲਓ ਲਾਈਨ ਨੂੰ, ਇਸ ਦਾ ਕੋਈ ਇਨਫਿਨਿਟੀ ਹੈ। ਲਾਈਨ ਕਿਸ ਤਰ੍ਹਾਂ ਦੀ ਹੁੰਦੀ ਹੈ? ਲਾਈਨ ਹੌਰੀਜ਼ੌਂਟਲ ਵੀ ਹੁੰਦੀ ਹੈ, ਵਰਟੀਕਲ ਵੀ ਹੁੰਦੀ ਹੈ, ਇਨਕਲਾਈਨਡ ਲਾਈਨ ਵੀ ਹੁੰਦੀ ਹੈ। ਹੌਰੀਜ਼ੌਂਟਲ ਲਾਈਨ ਉਹ ਹੁੰਦੀ ਹੈ ਜੋ ਸਾਡੇ ਫਰਸ਼ ਦੇ ਨਾਲ ਪੈਰਲਲ ਹੋਵੇਗੀ, ਉਸ ਨੂੰ ਹੌਰੀਜ਼ੌਂਟਲ ਲਾਈਨ ਕਹਾਂਗੇ। ਵਰਟੀਕਲ ਲਾਈਨ ਜੋ ਸਾਡੀ ਦੀਵਾਰ ਦੇ ਨਾਲ ਪੈਰਲਲ ਹੋਏਗੀ, ਉਸ ਨੂੰ ਵਰਟੀਕਲ ਲਾਈਨ ਕਹਾਂਗੇ। ਪੈਰਲਲ ਲਾਈਨਸ ਦੋ ਲਾਈਨਾਂ ਦੀ ਦੂਰੀ ਆਪਸ ਵਿੱਚ ਦੂਰੀ ਹਮੇਸ਼ਾ ਬਰਾਬਰ ਰਹੇ ਤੇ ਆਪਸ ਵਿੱਚ ਕੱਟਣ ਨਾ, ਉਸ ਲਾਈਨ ਨੂੰ ਅਸੀਂ ਪੈਰਲਲ ਲਾਈਨ ਕਹਾਂਗੇ। ਦੇਖੋ ਜੀ, ਲਾਈਨ ਡੈਫੀਨੇਸ਼ਨ ਐਂਡ ਕਲਾਸੀਫਿਕੇਸ਼ਨ। ਲਾਈਨਸ ਡੈਫੀਨੇਸ਼ਨ ਤੁਹਾਨੂੰ ਦੱਸ ਦਿੱਤੀ ਹੈ। ਕਲਾਸੀਫਿਕੇਸ਼ਨ ਇਸ ਦੀ ਹੈਗੀ ਆ, ਜਦੋਂ ਅਸੀਂ ਇੱਕ ਡਰਾਇੰਗ ਬਣਾਵਾਂਗੇ ਤਾਂ ਉਸ ਦੇ ਵਿੱਚ ਬਹੁਤ ਸਾਰੀਆਂ ਲਾਈਨ ਸਾਨੂੰ ਯੂਜ਼ ਕਰਨੀਆਂ ਪੈਣੀਆਂ ਨੇ। ਉਹਨਾਂ ਦੇ ਨਾਮ ਦਿੱਤੇ ਹੁੰਦੇ ਹਨ, ਨਾਮ ਗਿਵਨ ਨੇ, ਕਲਾਸੀਫਾਈ ਕੀਤੇ ਹੋਏ ਹਨ। ਪਾਰਟ ਆਊਟਲਾਈਨ, ਸੈਕਸ਼ਨ ਲਾਈਨਸ, ਹਿਡਨ ਲਾਈਨਸ, सेंटर लाइन, डायमेंशन लाइन और डायमेंशन एंड एक्सटेंशन लाइन, कटिंग प्लान, ब्रेक लाइन। ये जो लाइन ने इन्हां दी कुछ पर्टिकुलर थिकनेस है। कुछ लाइन हैवी होंदियां हन, कुछ लाइन लाइट होंदियां हन, कुछ लाइन मीडियम होंदियां हन। लाइक पार्ट आउटलाइन जो है वो हैवी है, हैवी विच असीं शो करांगे। मीनस ਉਹਦੇ ਵਾਸਤੇ ਅਸੀਂ B ग्रेड की पेंसिल, जो लाइट है उसमें ਅਸੀਂ H ग्रेड की पेंसिल जो है वो HB या F ग्रेड की पेंसिल यूज कर लवांगे। जो पार्ट लाइन आउटलाइन है एक कंटिन्यूअस लाइन होंदी है, इस दे विच कोई कट नहीं हुंदा, थोड़ी हैवी होंदी है। सैक्शन लाइन भी कंटिन्यूअस लाइन होंदी है, एक लाइट लाइन है, हैवी नहीं होंदी। हिडन लाइन जो मीडियम होंदी है, बट हिडन लाइन दे विच डैश डैश इस तरह डैश डैश होंगे हिडन लाइन्स। सेंटर लाइन लाइट होंदी है, ये डैश ते लॉन्ग कंटिन्यूअस, डैश एंड लॉन्ग कंटिन्यूअस लाइन होंदी है। डायमेंशन लाइन्स विच एरो इन्वॉल्व होंदे हन, एरोहेड, डायमेंशंस ते इस तो इलावा एक्सटेंशन लाइन। जो एक्सटेंशन लाइन है जो एरोहेड दे एकदम एक्सट्रीम पॉइंटां ते शो की गई है, उसनू एक्सटेंशन लाइन कहते हैं। डायमेंशन लाइन सेंटर वाली जो दोने एरोहेड दे सेंटर विच लाइन है, जिहदे उत्ते 3.000 लिखा हुआ है, उसनू डायमेंशन लाइन कहते हैं। कटिंग प्लान कटिंग प्लान लॉन्ग कंटिन्यूअस, दो डैश डैश
लॉन्ग कॉन्टीन्यूस, फिर डैश डैश 2 बार। ये कटिंग प्लान दी लाइन है, ये हैवी विच हुंदी है। ब्रेक लाइन हैवी विच जिहड़ी है, शॉर्ट ब्रेक लाइन दो तरह की हुंदी है, एक हुंदी है शॉर्ट ब्रेक लाइन, एक हुंदी है लॉन्ग ब्रेक लाइन। जिहड़ी शॉर्ट ब्रेक लाइन है वो जिहड़ी ऊपर दिखाई गई है हैवी विच इरेगुलर लाइन, उसनू असी शॉर्ट ब्रेक लाइन कहांगे, जो कि छोटे डिस्टेंस से असी किसी वस्तु नू कट के शो करना है उत्थे यूज होएगी। लॉन्ग ब्रेक लाइन अगर कोई बहुत वस्तु जो ऑब्जेक्ट है वो बहुत वध दूरी ते है, उसकी लेंथ ज्यादा है, उसनू ब्रेक करना है तो ब्रेक करके शो करना है तो उसनू असी इस तरह कंटिन्यूस एंड जिगजैग इस तरीके नाल असी शो करांगे। हुण ये लाइंस ने इन्हां दा प्रयोग किस तरह करना है असी ड्राइंग विच नैक्सट स्लाइड विच है। द अल्फाबेट ऑफ लाइंस, इस दे विच सारे लाइंस नू दिखाया गया है। एरोहेड, डायमेंशन लाइंस, आ देखो जूम करो, डायमेंशन लाइन 0.3 mm की थिकनेस है। एक्सटेंशन लाइन इसनू कहंदे हन, जिस तरह लाइन नाल दिखाया गया 0.3 mm है। सेंटर लाइन, जो सेंटर लाइन है, सेंटर लाइन कित्थे यूज हुंदी है, जदों असी कोई सर्कल लगाने हाँ, कोई भी राउंड चीज है तो उसका कुछ सेंटर हुंदा है, उस सेंटर नू शो करने वास्ते उसका एज ए सेंट्रल एक्सिस शो करने वास्ते असी सेंटर लाइन यूज करते हैं। 0.3 mm। पैंथन लाइन 0.3 mm, इसनू पैंथम लाइन कहते हैं। हिडन लाइन, छुपे हुए ऑब्जेक्ट नू जो ऑब्जेक्ट छुप जाते हैं, जो असी कोई ड्राइंग बनाने हाँ तो उसकी बैकग्राउंड पे असी जिस साइड तो ड्राइंग देखते हाँ उस साइड तो उसकी अनदर साइड ते कोई ऑब्जेक्ट, कोई होल, कोई खांचा, कोई इंबोसिंग पॉइंट वो छुप जाता है, वो सानू असी नंगी अख नाल नहीं देख सकते। ड्राइंग विच दिखाउण लई सानू हिडन लाइंस का प्रयोग करना पएगा। जिस तरह कि इत्थे दिखाया गया एक ऑब्जेक्ट आ, ऑब्जेक्ट दे विच हिडन लाइंस ने इस साइड तो ता यह ब्लॉक जिहड़ा आ वो सारा कवर आ, बट इहदे अंदरों यह खाली आ। ये सानू किवें पता लग्या, क्योंकि इत्थे शॉर्ट ब्रेक लाइन 0.6 mm की दिखाई गई है। ये शॉर्ट ब्रेक लाइन आ जिहड़ी कि इरेगुलर कर्व आ, इत्थों इसनू ऑब्जेक्ट नू कट दिता गया। कट्टन तो उपरंत सानू ये पता लग गया है कि इस दे विच की है, एक खांका है, एक होल आ, फ्री स्पेस आ, जिसनू की हिडन लाइन के थ्रू भी दिखाया गया है। नैक्सट है सैक्शन लाइन। सैक्शन लाइन जो असी किसी ऑब्जेक्ट नू कटते हैं, कट के शो करते हैं। हुण इस ऑब्जेक्ट नू एक असी आरी दे नाल प्रैक्टिकली समझाने की कोशिश किया जाए तो एक आरी नाल असी कट के दिखावांगे तो उस आरी दे जो लाइंस ने, कटिंग लाइंस ने, वो उस फेस दे उत्ते छप जाणगियां। सो सैक्शन लाइन जिहड़ी आ इसे तरीके इसे लिए 45 डिग्री ते हुंदी हन। इन्हां दा भाव है कि इसनू एक आरी दे नाल हैक्सा दे नाल कट्टिया गया है, जो कि 45 डिग्री ते लाइंस शो हो रही ने। नीचे है विजिबल लाइन, ये थोड़ी डार्क होंदी है। लीडर 0.3 mm, असी कदों कोई डायमेंशनस दिने हाँ तो उसनू असी लीडर्स की सहायता नाल शो करते हैं। कटिंग प्लान लाइन 0.6 mm। सैक्शन ए सैक्शन ए शो किया गया। ए
इस पॉइंट तो असी इस पार्ट नूं कट दिता गया है। कट के असी जिधरली साइड एरो ने ए वाले एरो जिस साइड नूं डायरेक्शन दे रहे हैं उस साइड नूं असी देखांगे तो नीचे इसके ए दे एकदम नीचे देखो सैक्शन ए दर्शाया गया है, वो इसका कटिंग सैक्शन प्लान दिखाया गया। चेन लाइन, हिडन लाइन, सेंटर लाइन, डायमेंशन लाइन। डायमेंशन लाइन की गल करिए तो जो असीं किसी ऑब्जेक्ट नूं डायमेंशन दिंदे हां तो उसदे विच एक्सटेंशन लाइन हुंदी है, डायमेंशन लाइन हुंदी है अते एरो हेड हुंदे हन। एक्सटेंशन लाइन जो है, एक्सटेंशन लाइन नाल सानूं पता लगदा है कि डायमेंशन किस पॉइंट तो किस पॉइंट तक लई गई है ते डायमेंशन लाइन जो है उसदे उत्ते असीं डायमेंशन नूं मैंशन करदे हां। सो ये सन लाइन्स ओके वेल आज दे लेक्चर वास्ते ये है बिगिनिंग। आज का लेक्चर एक बिगिनिंग है। नैक्सट लेक्चर दे विच असीं अपने इस ड्राइंग दे जो इंस्ट्रूमेंट है उन्होंने यूज करके असीं ड्राइंग्स बनावांगे। जोमैट्रिकल ड्राइंग्स फस्ट असीं स्टार्ट करांगे जोमैट्रिकल तो। जोमैट्रिकल ड्राइंग्स बनाने तो उपरंत फिर असीं आइसोमैट्रिक ऑर्थोग्राफिक व्यू वाल जावांगे। सो आज दे लेक्चर दे अकॉर्डिंग अगर किसी नूं किसी भी सिखार्थी नूं कोई क्वेश्चन होवे, कोई डाउट होवे तां प्लीज पूछो। Do never stop asking questions. Please ask. ਅਸੀਂ 5 ਮਿੰਟ ਵੇਟ ਕਰਾਂਗੇ। भैये भैये आने जगह टोटे अच्छा टाउन बसता नहीं टोटे टाइप्स ऑफ लाइन सर ओ की हाल है मुंडियो। टाइप्स ऑफ लाइन्स ਅੱਜ ਦੇ ਲੈਕਚਰ ਵਿੱਚ ਇੰਨਾ ਹੀ ਸੀ। ਨੈਕਸਟ ਆਪਾਂ ਇੱਕ ਹੋਰ ਸਲਾਈਡ ਦੇਖਾਂਗੇ ਮਿਸ਼ਨ ਫਤਿਹ ਦੇ ਨਾਲ। ਥੈਂਕ ਯੂ। ਮਿਸ਼ਨ ਫਤਿਹ ਵਾਰੀਆ, ਮਿਸ਼ਨ ਫਤਿਹ ਪੰਜਾਬ ਫਾਈਟਸ ਕਰੋਨਾ। इसके अधीन गोवा ऐप को ਤੁਸੀਂ ਜੁਆਇਨ ਕਰਨਾ ਹੈ। चंगा चंगा बहुत बढ़िया लगती थी मनदीप। मनदीप बहुत बढ़िया लगती थी। कोरोना महामारी के बारे में इसके बारे में सुचेत रहना है। ਸਾਡੇ ਜੋ ਵੀ ਆਸ ਪੜੋਸ ਸਾਡੇ ਫੈਮਿਲੀ ਵਿੱਚ
हरे में कौन कहती हर मैदान न फते, हर मैदान न फते। कंटेनर को मास्क यूज करो, सैनिटाइजर यूज करो, 20 सेकंड तक हैंड में वॉश करो और स्टे सेफ एंड स्टे हेल्दी। ओके, थैंक यू।